ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਆਪ ਸਾਰਿਆਂ ਦਾ ਹੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਗਲੇ ਹਫ਼ਤੇ ਤੋਂ ਸਾਡੀ ਕੋਸ਼ਿਸ਼ ਹੈ ਕਿ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਬੁਲੇਟਿਨ ਵੀ ਸ਼ਾਮਲ ਕੀਤਾ ਜਾਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਰਣਜੀਤ ਬਾਵਾ ਦੇ ਨਾਲ ਸ਼ੁਗਲ ਮੁਗਲ ਹਾਸਿਆਂ ਅਤੇ ਮਸਤੀਆਂ ਭਰੀ ਇੱਕ ਇੰਟਰਵਿਊ ਵੀ ਪੇਸ਼ ਕਰਨੀ ਹੈ। ਸ਼ੌਂਕੀ ਖਾਨ ਹੋਣਾ ਦਾ ਇੱਕ ਚੁਟਕਲਾ ਵੀ ਸ਼ਾਮਲ ਕਰਾਂਗੇ। B21 ਦੇ ਜੱਸੀ ਸਿੱਧੂ ਅਤੇ ਬੱਲੀ ਜਗਪਾਲ ਦਾ ਇੱਕ ਮਸ਼ਹੂਰ ਗੀਤ ਸ਼ਾਮਲ ਕਰਾਂਗੇ ਜਿਸ ਦੇ ਟਾਈਟਲ ਤੇ हिंदी फिल्म भी बनी तो हिट रही। इस तो इलावा शहीद आजम सरदार भगत सिंह होना दी फिलोसफी की गल चलेगी कि सिर्फ विदेशी हाकमां तो देश की आज़ादी ही उन्हां दा निशाना सी, उन्हां दे सुपनियां दा भारत किहो जिहा सी। बहुत अहम गल्लां हन। प्रिंसीपल कश्मीरा सिंह जी करनगे हरजिंदर सिंह थिंद होना दे इंटरव्यू सैगमेंट दे विच। प्रोग्राम की शुरुआत दे विच कुछ गीतां दी मैडली पेश करते हैं जो साडे लोकल कनेडियन कलाकारां वल्लों रेड FM आइडल ते पेश की सी। उम्मीद है पसंद करोगे। लम्मिया उमरा जीवे परदेसिया तेरे बिन साडा जीना जीवे परदेसिया। कितना मैं आखा तेरी इत्थे भी लोड़ वे बहुता चिर हो गया बागा बदना बल मोड़ वे बहुता चिर हो गया बागा बदना बल मोड़ वे बहुता चिर हो गया बागा बदना बल मोड़ वे।
ਇਸ ਮੈਡਲੀ ਦੇ ਵਿੱਚ ਕੁਝ ਹੋਰ ਕਲਾਕਾਰ ਵੀ ਸ਼ਾਮਲ ਸਨ, ਪਰ ਸਮੇਂ ਦੀ ਕਮੀ ਹੈ। ਪੂਰੀ ਆਈਟਮ ਤਾਂ 15-16 ਮਿੰਟ ਦੀ ਹੈ, ਜਿਸ ਦੇ ਵਿੱਚ ਰੈੱਡ FM ਦੇ ਉਹ ਕਲਾਕਾਰ ਸ਼ਾਮਲ ਸਨ ਜਿਨ੍ਹਾਂ ਨੇ ਉਸ ਤੋਂ ਪਿਛਲੇ 6-7 ਵਰ੍ਹਿਆਂ ਦੇ ਵਿੱਚ ਜਿਹੜੇ ਰੈੱਡ FM ਆਈਡਲ ਮੁਕਾਬਲੇ ਹੋਏ ਉਹਨਾਂ ਦੇ ਵਿੱਚ ਅਹਿਮ ਸਥਾਨ ਹਾਸਲ ਕੀਤੇ ਸਨ ਜਾਂ ਜੇਤੂ ਰਹੇ ਸਨ। ਹੁਣ ਰਣਜੀਤ ਬਾਵਾ ਦੇ ਨਾਲ ਇੱਕ ਬਹੁਤ ਹੀ ਮਜ਼ੇਦਾਰ ਅਲੱਗ ਜਿਹੀ ਹਾਸੇ ਸ਼ੁਗਲ ਵਾਲੀ ਮਸਤੀਆਂ ਵਾਲੀ ਮੁਲਾਕਾਤ ਪੇਸ਼ ਕਰਨੀ ਹੈ ਜੋ ਗੁਰਪ੍ਰੀਤ ਗਰੇਵਾਲ ਅਤੇ ਇੰਦਰਪ੍ਰੀਤ ਕੌਰ ਨੇ ਕੀਤੀ ਹੈ। ਰਣਜੀਤ ਬਾਵਾ ਨੇ ਸਰੀ ਦੇ ਰੈੱਡ FM ਦੀਵਾਲੀ ਧਮਾਕਾ ਅਤੇ ਸਿਟੀ ਆਫ ਸਰੀ ਦੇ ਫਿਊਜ਼ਨ ਫੈਸਟੀਵਲ ਦੇ ਵਿੱਚ ਵੀ ਕਮਾਲ ਦੀ ਪਰਫਾਰਮੈਂਸ ਕੀਤੀ ਸੀ ਜੋ ਦਰਸ਼ਕਾਂ ਨੂੰ ਅੱਜ ਵੀ ਯਾਦ ਰਹੇ। 2 ਅਪ੍ਰੈਲ ਨੂੰ ਰਣਜੀਤ ਬਾਵਾ ਦਾ ਸ਼ੋਅ ਵੈਨਕੂਵਰ ਦੇ ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ ਹੋਣ ਜਾ ਰਿਹਾ ਹੈ। And once again, as Sithan Nadasya, we got a very special guest in the Red FM studios here with us. We've got the one and only Ranjit Bawa with us. ਅਤੇ ਇਹਨਾਂ ਦੀ ਜਿਹੜੀ ਫਿਊਜ਼ਨ ਫੈਸਟੀਵਲ ਦੀ ਪਰਫਾਰਮੈਂਸ ਸੀਗੀ, ਮੈਂ ਤਾਂ ਕਿਹਾ ਬੈਜਾ ਕਰ ਦਿੱਤੀ, ਇੰਨੀ ਵਧੀਆ ਤੇ ਕਮਾਲ ਦੀ ਪਰਫਾਰਮੈਂਸ ਸੀਗੀ। ਸੋ ਯੂ ਨੋ ਵਾਟ, ਮੈਂ ਸੋਚਿਆ ਨਾ ਆਪਾਂ ਕੋਈ ਆਮ ਜੇ ਇੰਟਰਵਿਊ ਨਹੀਂ ਕਰਨੀ ਹੈਗੀ, ਕਰਕੇ ਮੈਨੂੰ ਪਤਾ ਕਿ ਯੂ ਆਰ ਵੈਰੀ ਫਨ entertaining person and ਤੁਹਾਡੀ ਐਕਟਿੰਗ ਵੀ ਜ਼ਬਰਦਸਤ ਹੁੰਦੀ ਹੈ and so I'm really excited। so ਆਪਾਂ ਸੋਚਿਆ ਕਿ ਕਿਉਂ ਨਾ ਅੱਜ ਤੁਹਾਡੇ ਤੋਂ ਥੋੜੀ ਜਿਹੀ ਐਕਟਿੰਗ ਕਰਾਈ ਜਾਏ। ਕਰਾ ਲਓ। ਸਾਨੂੰ ਕਿਹੜੀ ਆਉਂਦੀ ਇਸੇ ਬਾਰੇ ਸਾਨੂੰ ਆ ਜਾਊਗੀ। ਸੋ ਬਹੁਤ ਹੀ ਨਾ ਆਪਾਂ ਜਿਹੜੇ ਫੇਮਸ ਹਿੰਦੀ ਫਿਲਮਾਂ ਦੇ ਡਾਇਲੌਗ ਹੈਗੇ ਉਹ ਅਸੀਂ ਤੁਹਾਡੇ ਵਾਸਤੇ ਕੱਢ ਕੇ ਲੈ ਕੇ ਆਏ ਆ। ਸੋ ਤੁਸੀਂ ਪਤਾ ਕੀ ਕਰਨਾ ਹੈਗਾ, ਅਸੀਂ ਇੱਕ ਡਾਇਲੌਗ ਕਰਕੇ ਤੁਹਾਨੂੰ ਦੱਸਾਂਗੇ ਅਤੇ ਤੁਸੀਂ ਉਹ ਡਾਇਲੌਗ ਆਪਣੇ ਅੰਦਾਜ਼ ਦੇ ਵਿੱਚ ਬੋਲਣਾ ਹੈ ਕਿ ਤੁਹਾਡਾ ਜਿੱਦਾਂ ਵੀ ਸਟਾਈਲ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਬੋਲਣਾ ਹੈ। ਸੋ ਸ਼ੁਰੂ ਕਰਦੇ ਪਹਿਲੇ ਡਾਇਲੌਗ ਤੋਂ। ਇਹ ਹੈਗਾ ਫਿਲਮ ਦਬੰਗ ਤੋਂ ਐਂਡ ਇਹ ਡਾਇਲੌਗ ਸੋਨਾਕਸ਼ੀ ਸਿਨਹਾ ਨੇ ਬੋਲਿਆ ਹੈ, ਪਰ ਤੁਸੀਂ ਇਹ ਆਪਣੇ ਅੰਦਾਜ਼ ਨਾਲ ਬੋਲਣਾ ਹੈਗਾ ਅਤੇ ਡਾਇਲੌਗ ਹੈਗਾ ਥੱਪੜ ਸੇ ਡਰ ਨਹੀਂ ਲੱਗਦਾ ਸਾਹਿਬ, ਪਿਆਰ ਸੇ ਲੱਗਦਾ ਹੈ। ਗੱਲ ਤੇ ਸਹੀ ਹੈ ਬਿਲਕੁਲ, ਪਰ ਉਹਨੇ ਇੰਨਾ ਵਧੀਆ ਬੋਲਿਆ ਤੁਸੀਂ ਕਿਉਂ ਖਰਾਬ ਕਰਨਾ? ਨਹੀਂ ਪਰ ਤੁਹਾਡਾ ਜਿਹੜਾ ਅੰਦਾਜ਼ ਹੋਣਾ ਉਹ ਬਿਲਕੁਲ ਖਤਰਨਾਕ ਹੀ ਹੋਣਾ। ਸੋ ਤੁਸੀਂ ਆਪਣੇ ਤਰੀਕੇ ਨਾਲ ਬੋਲ ਕੇ ਸਾਨੂੰ ਦੱਸੋ। ਮਤਲਬ ਕੁੱਲ ਮਿਲਾ ਕੇ ਸ਼ੁਰੂਆਤ ਜਿਹੜੀ ਆ ਤੁਸੀਂ ਕੋਈ ਗਾਣੇ ਗੁਣੇ ਤੋਂ ਕਰਦੇ ਯਾਰ, ਬੰਦਾ ਥੋੜਾ ਬੰਦੇ ਨੂੰ ਰਿਲੈਕਸ ਕਰੋ ਕਿ ਲੋਕੀ ਭੁੱਲ ਜਾਣ ਕਿ ਸੋਨਾਕਸ਼ੀ ਸਿਨਹਾ ਨੇ ਇਹ ਤਾਂ ਰਣਜੀਤ ਬਾਵਾ ਦਾ ਡਾਇਲੌਗ ਹੈ। ਐਗਜ਼ੈਕਟਲੀ, ਉਹਨੂੰ ਵੀ ਗਾਲਾਂ ਪੈਣ ਮੇਰੇ ਨਾਲ। ਉਹ ਠੀਕ ਆ ਯਾਰ, ਕੰਮ ਬੜਾ ਔਖਾ। ਕੋਈ ਸ਼ੁਰੂਆਤ ਥੋੜੀ ਸੌਖੀ ਕਰੀ ਦੇ, ਸੌਖਾ ਦਿੰਨੇ ਆਪਾਂ ਡਾਇਲੌਗ। ਰਿਸ਼ਤੇ में तो हम तुम्हारे बाप लगते हैं। ਇਦਾਂ ਤਾਂ ਮੈਂ ਬੋਲ ਦੂੰਗਾ, ਆ ਤਾਂ ਮੈਂ ਸੁਣਿਆ ਹੋਇਆ। ਉਹ ਪੰਗਾ ਇਹ ਹੈ ਨਾ ਵੀ ਆਪਣੇ ਸਟਾਈਲ 'ਚ ਕਿੱਦਾਂ ਬੋਲ। रिश्ते में तो हम तुम्हारे बाप लगते हैं और नाम है शाहजहां। आप इन्हों आना तरीक पे ओके। सो यू नो ਜੇ ਤੁਸੀਂ ਇਹ ਡਾਇਲੌਗ ਕਰਨਾ ਨਾ ਤੁਸੀਂ ਇਹ ਡਾਇਲੌਗ ਕਰ ਲਓ। ਜੇ ਤੁਸੀਂ ਉਹਨਾਂ ਦੇ ਅੰਦਾਜ਼ ਦੇ ਵਿੱਚ ਬੋਲਣਾ तरीक मिलती रही है जज साहब, लेकिन साफ नहीं मिल रहा। ਰਣਜੀਤ ਬਾਬਾ ਬਸ ਇੱਕ ਚੀਜ਼ ਧਿਆਨ ਰੱਖਣਾ, ਸਾਡਾ ਟੇਬਲ ਨਾ ਤੋੜਿਓ। ਮਿਲੀ ਹੈ ਨਹੀਂ, ਮੈਂ ਕੋਈ ਸੰਨੀ ਦਿਓਲ ਨਹੀਂ ਆ, ਮੇਰੇ ਤਾਂ ਆਪਣਾ ਹੱਥ ਸੋਚ ਜਾਣਾ ਤੁਹਾਡਾ ਟੇਬਲ ਹੀ ਨਾ ਸਕਦਾ। ਆ ਬੋਲ ਸਕਦਾ ਮੈਂ। ਓਕੇ ਠੀਕ ਹੈ ਠੀਕ ਹੈ। ਤਿੰਨਾਂ ਚੋਂ ਇੱਕ ਨਾ ਕਿ ਤਿੰਨੇ ਦਾ ਨਹੀਂ ਬੋਲਣਾ। ਉਹ ਆਪਾਂ ਤਿੰਨੇ ਚਾਹੁੰਦੇ ਸੀ ਕਿ ਤੁਸੀਂ ਬੋਲੋ, ਇੱਕੋ ਬੋਲਣਾ ਹੈਗਾ। ਪਹਿਲਾਂ ਤੁਸੀਂ ਇੱਕੋ ਬੋਲ ਦਿਓ। तारीख पे तारीख मिलती आ रही है जज साहब, लेकिन इंसाफ नहीं मिल रहा। माय लॉर्ड, इंसाफ दवाओ। यार ਇਹ ਕੰਮ ਔਖਾ। ਤੁਸੀਂ ਵੇਖੋ ਨਾ, ਇੱਕ ਮਤਲਬ ਤੁਸੀਂ ਸਾਡੀ ਜਿਹੜੀ ਫਿਲਮ 420 ਉਹਦੇ 'ਚ ਇੱਕ ਡਾਇਲੌਗ ਬਹੁਤ ਅੱਛਾ, ਮੈਂ ਉਹ ਸੁਣਾਉਣਾ ਤੁਹਾਨੂੰ। ਜਿਹੜੀ ਆਉਣ ਵਾਲੀ ਚੀਜ਼ ਹੈ ਨਾ ਉਹ ਸੁਣਾ ਦਿਓ। ਉਹ ਕਹਿੰਦਾ, ਉਹ ਜਿਹੜਾ ਮੇਰਾ ਕਰੈਕਟਰ ਆ, ਉਹ ਕਰੈਕਟਰ ਹੈਗਾ ਆ ਮਤਲਬ ਉਹ ਅਮਲੀ ਆ। ਅਮਲੀ ਉਦਾਂ ਦਾ ਕਿ ਜਿਹਨਾਂ ਨੂੰ ਭੁੱਕੀ ਦੀ ਤੋੜ ਲੱਗਦੀ ਹੈ ਨਾ। ਉਹ 3 ਭਰਾਵਾਂ, ਘੁੱਗੀ ਭਾਜੀ, ਭੱਲਾ ਸਾਹਿਬ ਤੇ ਮੈਂ। ਉਹ ਆਪਣੇ ਡੀਲਰ ਕੋ ਜਾਂਦਾ ਜਿਹਦੇ ਕੋ ਉਹ ਨਸ਼ਾ ਲੈਂਦਾ ਤੋਂ ਉਹ ਲੈਂਦਾ। ਉਹ ਕਹਿੰਦਾ, ਭੋਲੇ ਯਾਰ ਅਸੀਂ ਸਾਰੇ ਪਿੰਡ 'ਚ ਗਾ ਕੇ ਭੋਲੇ ਦੀ ਭੁੱਕੀ ਬੈਸਟ ਤੈਨੂੰ ਖੜੇ ਕੀਤਾ, ਤੂੰ ਅੱਜ ਸਾਨੂੰ ਨਹੀਂ ਖੜੇ ਹੁੰਦੇ ਇੰਡੀਆ। ਕਹਿੰਦਾ ਥੋੜਾ ਜਿਹਾ ਨਸ਼ਾ ਤੇ ਦੇ ਪਰਮਾਨੈਂਟ ਗਾ ਤੇਰੇ ਸਾਰੇ ਪਿੰਡ 'ਚ ਗਾ ਕੇ ਭੋਲੇ ਦੀ ਭੁੱਕੀ ਬੈਸਟ ਅਸੀਂ ਤੈਨੂੰ ਖੜੇ ਕੀਤਾ, ਯਾਰ ਤੂੰ ਸਾਨੂੰ ਨਹੀਂ ਖੜੇ ਹੋਣ ਜੋਗਾ ਛੱਡਿਆ। ਉਹ ਤੇਰੀ ਭੋਲੇ ਵੀਰ ਪੁਲਿਸ ਆ ਗਈ। ਮੈਂ ਸਨੈਪਚੈਟ ਬਣਾਣਾ। ਤੁਸੀਂ ਬਣਾਓਗੇ? ਮੈਂ ਤੁਹਾਨੂੰ ਮੈਂ ਨਾਲ ਹੀ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਇਹ 2 ਕੁੜੀਆਂ ਦਾ ਅੱਜ ਸ਼ੋਅ ਸ਼ੁਰੂ ਹੋਇਆ ਰੈੱਡ FM ਤੇ, ਰੈੱਡ FM 93.1 ਤੇ ਇਹਨਾਂ ਦੋਨਾਂ ਨੂੰ ਬੈਸਟ ਵਿਸ਼ੇਸ ਤੁਸੀਂ ਵੀ ਦਿਓ। ਇਹਨਾਂ ਦਾ ਸ਼ੋਅ ਬਹੁਤ ਜ਼ਿਆਦਾ ਚੱਲੇ, ਅਸੀਂ ਇਸ ਟਾਈਮ ਸਰੀ ਹਾਂ। ਤੇ ਇਹ ਸਾਡੀ ਇਸ ਫਿਲਮ ਜਿਹੜੀ ਆ 420 ਉਹਦਾ ਮੈਂ ਡਾਇਲੌਗ ਸੁਣਾ ਕੇ ਹਟਿਆ। ਬਹੁਤ ਹੱਸੀਆਂ ਕੁੜੀਆਂ। ਹੁਣੇ ਇਹਨਾਂ ਨੇ ਮੈਨੂੰ $20 ਦੇਤੇ ਟਿਕਟਾਂ ਦੇ।
ਥੈਂਕ ਯੂ ਸੋ ਮਚ। ਤੇ ਇਹਨਾਂ ਦੀ ਜਿਹੜੀ ਫਿਊਜ਼ਨ ਫੈਸਟੀਵਲ ਦੀ ਪਰਫਾਰਮੈਂਸ ਸੀਗੀ, ਮੈਂ ਤਾਂ ਕਿਹਾ ਬਹਿਜਾ ਕਰ ਦਿੱਤੀ, ਇੰਨੀ ਵਧੀਆ ਤੇ ਕਮਾਲ ਦੀ ਪਰਫਾਰਮੈਂਸ ਸੀਗੀ। ਤੁਹਾਨੂੰ ਕਿਵੇਂ ਲੱਗਾ ਉੱਥੇ ਪਰਫਾਰਮ ਕਰਕੇ? ਬਹੁਤ ਚੰਗਾ ਲੱਗਿਆ। ਮੈਂ ਪਹਿਲੀ ਗੱਲ ਤਾਂ ਕਿ ਮੈਂ ਫਸਟ ਟਾਈਮ ਫਿਊਜ਼ਨ ਫੈਸਟੀਵਲ 'ਚ ਪਰਫਾਰਮ ਕੀਤਾ। ਇਸ ਤੋਂ ਪਹਿਲਾਂ ਵੈਨਕੂਵਰ ਮੈਂ 3-4 ਵਾਰ ਪਰਫਾਰਮ ਕਰ ਚੁੱਕਿਆ ਜੀ। ਔਰ ਮੈਨੂੰ ਟੂ ਬੀ ਰੀਅਲੀ ਓਨੈਸਟ, ਮਤਲਬ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਵੱਡਾ ਇਕੱਠ ਹੋਊ, ਕਿਉਂਕਿ ਸੰਡੇ ਆ। ਤੁਹਾਡੇ ਇੱਥੇ ਸੰਡੇ ਦਾ ਮਤਲਬ ਇਹ ਹੁੰਦਾ ਵੀ ਬਸ ਮਤਲਬ ਮੰਡੇ ਮੈਂ ਮਤਲਬ ਵੀ ਮੰਡੇ ਕਹਿੰਦਾ ਭਾਵ ਵੀ ਮੰਡੇ ਤੁਹਾਡਾ ਕੰਮ ਹੁੰਦੇ ਨਾ ਵੀ ਸੰਡੇ ਬਸ ਸੰਡੇ 12 ਵਜੇ ਤੋਂ ਬਾਅਦ ਬਸ। ਹਾਂਜੀ। ਤਾਂ ਮੈਂ ਬਟ ਜਦੋਂ ਉੱਥੇ ਮੈਂ ਲਾਈਕ ਸਟੇਜ ਤੇ ਪਹੁੰਚਿਆ, ਜਾਣ ਤੱਕ ਮੈਂ ਮਤਲਬ ਬਿਲਕੁਲ ਚੇਂਜ ਹੋ ਗਿਆ, ਮੇਰਾ ਮੂਡ ਚੇਂਜ ਹੋ ਗਿਆ, ਮੇਰਾ ਨਜ਼ਰੀਆ ਚੇਂਜ ਹੋ ਗਿਆ। ਔਰ ਸੀਰੀਅਸਲੀ ਬਹੁਤ ਮਜ਼ਾ ਆਇਆ। ਮੈਨੂੰ ਸੀਗਾ ਕਿ ਹੋਰ ਟਾਈਮ ਮੈਨੂੰ ਦਿੰਦੇ, ਪਰ ਤੁਹਾਡੇ ਵੀ ਕੋਈ ਰੂਲ ਰੈਗੂਲੇਸ਼ਨ ਬਟ ਸੀਰੀਅਸਲੀ ਰਣਜੀਤ ਬਾਵਾ, ਜਦੋਂ ਤੁਸੀਂ ਪਰਫਾਰਮ ਕਰਦੇ ਸੀ, ਇੱਕ ਮੇਰੀ ਵਾਈਟ ਫਰੈਂਡ ਉਹਨੇ ਮੈਨੂੰ ਸਪੈਸ਼ਲੀ ਮੈਸੇਜ ਕਰਕੇ ਕਿਹਾ ਕਿ ਆਰ ਯੂ ਹੇਅਰ, ਤੁਸੀਂ ਸੁਣ ਰਹੇ ਹੋ, ਹੀ ਇਜ਼ ਪਰਫਾਰਮਿੰਗ ਸੋ ਵੈਲ। ਤੇ ਮੈਂ ਸਰੀ ਚ ਨਹੀਂ ਸੀਗੀ, ਮੈਂ ਇੰਨਾ ਧੰਨਵਾਦ ਕੀਤਾ ਫੇਸਬੁੱਕ ਵਾਲਿਆਂ ਦਾ ਕਿ ਫੇਸਬੁੱਕ ਲਾਈਵ ਕਰਕੇ ਆਈ ਕੁਡ ਸੀ ਯੂ ਪਰਫਾਰਮ। ਮੈਂ ਆਫਟਰ ਸ਼ੋ ਮੈਂ ਹੋਟਲ ਸੀਗਾ ਔਰ ਮੈਂ ਜਸਟ ਐਂਟਰ ਕੀਤਾ ਔਰ ਥੱਲੇ ਮੇਰੇ ਫਰੈਂਡ ਸੀਗੇ, ਮੈਂ ਉਹਨਾਂ ਨੂੰ ਸੀ ਆਫ ਕਰਦੇ ਸੀ। ਤਾਂ ਉੱਥੇ ਵੀ 3 ਗੋਰੀਆਂ ਆਈਆਂ, ਉਹ ਵੀ ਇਹ ਕਹਿੰਦੇ ਸੀ ਕਿ ਸਾਨੂੰ ਸਮਝ ਨਹੀਂ ਆਈ ਤੁਸੀਂ ਕੀ ਗਾਇਆ, ਬਟ ਜਿਹੜੀ ਐਨਰਜੀ ਸੀਗੀ ਤੁਹਾਡੀ ਔਰ ਸੁਣਨ ਵਾਲਿਆਂ ਦੀ, ਲਾਈਕ ਉਹਦੇ ਤੋਂ ਪਤਾ ਚੱਲਦਾ ਸੀਗਾ ਕਿ ਬਹੁਤ ਵਧੀਆ, ਬਹੁਤ ਚੰਗਾ ਲੱਗਦਾ। ਕਿਉਂਕਿ ਅਸੀਂ ਜਿਸ ਲੈਂਗੁਏਜ ਨੂੰ ਪ੍ਰਮੋਟ ਕਰਦੇ ਹਾਂ, ਜਿਸ ਲੈਂਗੁਏਜ ਦੇ ਸਿੰਗਰ ਆ ਜਾਂ ਜਿਹੜੇ ਸਾਡੇ ਲੋਕ ਆਏ ਆ, ਅਸੀਂ ਉਹਨਾਂ ਨੂੰ ਰਿਲੀਫ ਦਿੰਦੇ ਆ ਗਾ ਕੇ, ਤਾਂ ਉਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੇਰੇ ਲਈ ਬਹੁਤ ਵਧੀਆ ਸੀਗਾ। ਥੈਂਕਸ ਅਲੋਟ ਰੈਡ FM ਦੀ ਟੀਮ ਦਾ ਔਰ ਸਿਟੀ ਆਫ ਸਰੀ ਜੀ ਜਿਨ੍ਹਾਂ ਨੇ ਇਹ ਸ਼ੋਅ ਆਰਗੇਨਾਈਜ਼ ਕੀਤਾ। Yeah, thank you so much. So you know what, ਆਪਾਂ ਹੋਰ ਬਹੁਤ ਸਾਰੀ ਮਸਤੀ ਕਰਨ ਲੱਗੇ ਹਾਂ। We've got lots of fun happening. So this is called the rapid fire round. ਅਸੀਂ ਰਣਜੀਤ ਬਾਵਾ ਹਨਾ ਦੇ ਨੂੰ ਕੀ ਕੁਐਸਚਨ ਪੁੱਛਾਂਗੇ ਅਤੇ ਤੁਸੀਂ ਉਹ ਜਵਾਬ ਦੇਣਾ ਹੈ ਜੋ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਹੈ। ਸੋ ਜ਼ਿਆਦਾ ਸੋਚਣ ਦਾ ਟਾਈਮ ਨਹੀਂ ਹੈਗਾ, ਠੀਕ ਹੈ? ਓਕੇ, ਸੋ ਪਹਿਲਾ ਕੁਐਸਚਨ ਹੈਗਾ ਹੈ ਕਿ ਜੇ ਤੁਸੀਂ ਗਾਇਕ ਤੋਂ ਇਲਾਵਾ ਹੋਰ ਕੁਝ ਹੁੰਦੇ ਤਾਂ ਕੀ ਹੁੰਦੇ? ਫਿਰ ਮੈਂ ਆਰਮੀ 'ਚ ਹੁੰਦਾ। ਉਹ ਮੇਰੇ ਦਾਦਾ ਜੀ ਫਰੀडम ਫਾਈਟਰ ਸੀਗੇ, ਤਾਂ ਉਹ ਤਾਂ ਵੱਟ ਤੇ ਪਈ ਸੀ ਨੌਕਰੀ। ਘਰਦੇ ਕਹਿੰਦੇ ਕਿ ਲਾਸਟ ਈਅਰ ਸੀ ਮੇਰਾ MA ਦਾ ਔਰ MA ਮਿਊਜ਼ਿਕ ਦਾ ਜੀ, ਤੇ ਘਰਦੇ ਕਹਿੰਦੇ ਵੀ ਵੇਖ ਲੈ ਜੇ ਕੁਝ ਬਣਦਾ, ਨਹੀਂ ਤਾਂ ਟੈਨ ਬੜੀ ਚੱਕ ਕੇ ਚੱਲ। ਤਾਂ ਮਰ ਜਦ ਗਾਣਾ ਚੱਲ ਗਿਆ ਸੀ ਸ਼ਾਇਦ। ਦੈਟਸ ਪ੍ਰੀਟੀ ਕੁਇਕ। ਸਾਨੂੰ ਇਦਾਂ ਦੇ ਹੀ ਸਾਰੇ ਆंसर नहीं इधर ही दूंगा, मैं झूठ नहीं बोलता। अच्छा, अगर आप एक आइलैंड में स्टक हो जाएं, फंस जाएं, तो वो कौन सी 3 चीजें होंगी जो आपको सर्वाइवल के लिए चाहिए ही चाहिए होंगी? कितने भी स्टक हो जो मतलब आइलैंड थे किसी बिल्कुल सिक्योरिटी की जगह। फोन तो चाहिए थे, फोन इंटरनेट ना, फोन इंटरनेट 2 चीजें होगी। Okay. एक ही होगी, एक होगी, एक होगी ना, फोन ਤੇ ਇੰਟਰਨੈਟ ਇੱਕ ਹੋ ਗਿਆ जी। ਤੇ ਦੂਸਰਾ ਖਾਣ ਪੀਣ ਨੂੰ ਤਾਂ ਚਾਹੀਦਾ राइट। ਲੱਗਦਾ ਜੇ ਸਾਰਾ ਕੁਝ ਮਿਲ ਗਿਆ ਫਿਰ ਕਾਹਦਾ ਗਵਾਚਿਆ ਹੋਇਆ ਬੰਦਾ। ਫਿਰ ਗਵਾਚੇ ਨਹੀਂ ਹੋਣਗੇ ਤੁਸੀਂ ਸਿਟੀ ਚ ਕਿਤੇ ਹੋਣਗੇ। ਐਗਜ਼ੈਕਟਲੀ। ਹਾਲ ਦੀ ਘੜੀ ਤਾਂ ਅੱਜ ਦੀ ਡੇਟ 'ਚ ਸਭ ਤੋਂ ਜਿਹੜੀ ਜ਼ਰੂਰਤਮੰਦ ਚੀਜ਼ ਆ ਉਹ ਲਾਈਕ ਫੋਨ ਹੀ ਆ। ਫੋਨ ਦੇ ਹੁੰਦਿਆਂ ਅਗਰ ਤੁਹਾਡੇ ਕੋਲ ਫੋਨ ਆ, ਇੰਟਰਨੈਟ ਆ, ਤਾਂ ਮਿਲ ਜਾਂਦਾ ਐਵਰੀਥਿੰਗ। ਫਿਰ ਤੁਸੀਂ ਕੁਝ ਨਹੀਂ ਆਰਾਮ ਨਾਲ ਸਾਧਨ ਲੈਣਾ ਕਿਸੇ ਪੁਲਿਸ ਵਾਲੇ ਨੂੰ ਕਿ ਆ ਜਾਓ ਮੈਨੂੰ ਚੱਕ ਕੇ ਲੈ ਜਾਓ। ਆਰਾਮ ਨਾਲ ਕਿਸੇ ਦਰਖਤ ਨਾਲ ਢੋਲ ਲਾ ਕੇ ਤੇ ਡਾਟਾ ਫੂਕੂਗਾ। ਸੋ ਬੇਸਿਕਲੀ ਤੁਹਾਨੂੰ ਅਨਲਿਮਿਟਿਡ ਡੇਟਾ ਵੀ ਚਾਹੀਦਾ ਹੋਣਾ ਹੈ। ਡੇਟਾ ਮੈਨੂੰ ਦੇ ਦਿਓ, ਫਿਰ ਉਹ ਮੈਂ ਵੇਖੂਗਾ ਕਿੱਦਾਂ। ਮੈਂ ਅਗਲੇ 5 ਸਾਲ ਵੀ ਚੁੱਪਚਾਪ ਉੱਥੇ ਬੈਠਾ ਰਹੂੰਗਾ। ਲੋੜ ਹੀ ਨਹੀਂ ਕਿਸੇ ਨੂੰ ਤੰਗ ਕਰਨ ਦੀ। There you go. Okay, next question. ਤੁਸੀਂ ਇਹੋ ਜਿਹਾ ਕਿਹੜਾ ਆਰਟਿਸਟ ਆ ਜਿਹਦੇ ਨਾਲ ਤੁਸੀਂ ਕਦੀ ਕੰਮ ਕਰਨਾ ਮੰਗੋਗੇ ਨਹੀਂ? ਇਹਦੇ ਬਾਰੇ ਮੈਂ ਸੋਚਿਆ ਨਹੀਂ, ਬਟ ਜਿਹਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਉਹ ਬਹੁਤ ਆ ਲਿਸਟ। ਨਹੀਂ ਕਰਨਾ ਚਾਹੁੰਦਾ ਏਦਾਂ ਦਾ ਕੋਈ, ਮੈਨੂੰ ਲੱਗਦਾ ਕਿ ਮੇਰੇ ਮੈਂ ਕਦੀ ਇਹਦੇ ਬਾਰੇ ਸੋਚਿਆ ਨਹੀਂ। ਮਾੜੇ ਚੰਗੇ ਬਾਰੇ ਦੇਖੋ ਤੁਹਾਡਾ -1 ਹੋ ਜਾਊਗਾ ਇੱਥੇ। ਨਹੀਂ, ਮਾੜੇ ਚੰਗੇ ਬਾਰੇ ਮੈਂ ਸੋਚਿਆ ਨਹੀਂ। ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਮੈਂ ਡਿਊਟ ਗਾਣਾ ਗਾਊਂਗਾ। ਮਤਲਬ ਡਿਊਟ ਨਹੀਂ ਗਾਉਣਾ ਮੈਨੂੰ ਪਸੰਦ। ਲਾਈਕ ਉਹ ਫਿਲਮ ਦੀ ਗੱਲ ਅਲੱਗ ਆ, ਬਟ ਜਿਹੜਾ ਇੱਕ ਵੈਸੇ ਡਿਊਟ ਕਰਨਾ ਹੁੰਦਾ ਤੂੰ ਇਧਰੋਂ ਤੂੰ ਉਧਰੋਂ, ਉਹ ਨਹੀਂ ਮੈਂ ਗਾ ਸਕਦਾ। ਤੁਸੀਂ ਇਹ ਵੀ ਕਹਿ ਸਕਦੇ ਸੀ ਤੁਹਾਡੇ ਵਰਗੇ ਨਾਨ ਸਿੰਗਰਸ ਨਾਲ ਮੈਂ ਕਦੇ ਨਹੀਂ ਪਰਫਾਰਮ ਕਰਨਾ ਚਾਹੂੰਗਾ। ਨਹੀਂ ਇਦਾਂ ਨਹੀਂ। ऑलराइट, नेक्स्ट क्वेश्चन। जे थानू कभी भी चांस मिले कि किसी बॉलीवुड फिल्म में आपको काम करने का चांस मिले, तो कौन सी वो बॉलीवुड एक्ट्रेस होगी जो आपको लगता है कि बस ये सिर्फ मेरे लिए ही बनी है, मेरी ही हीरोइन है? ਗਾਣੇ ਤਾਂ ਹੁਣ ਮੈਂ ਗਾਏ 2 ਫਿਲਮਾਂ 'ਚ। नहीं, अगर आप एक्ट करते हैं ਕਰਨ ਲਈ ਤਾਂ ਕੋਈ ਵੀ ਮਾਸ਼ਾਅੱਲਾ ਸਾਰੀਆਂ ਸੋਹਣੀਆਂ जी आया ਨੂੰ ਸਾਰਿਆਂ ਨੂੰ ਸਾਰੀਆਂ ਸੋਹਣੀਆਂ। ਬਾਲੀਵੁੱਡ ਤੱਕ ਤੇ ਪਹੁੰਚਦਾ ਹੀ ਉਹ ਹੈ ਜਿਹੜਾ He's just so funny. 16 ਕਲਾਸ। Amazing. I love his answers. He's so innocent. Okay, so ਹੁਣ ਅਗਲੇ we have ਆਪਾਂ 5 words ਤੁਹਾਨੂੰ ਦੱਸਾਂਗੇ and ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਊਗੀ ਉਹ ਤੁਸੀਂ ਬੋਲਣੀ ਹੈਗੀ। Ready? ਯਾ।
ਸਲਮਾਨ ਖਾਨ। ਸਲਮਾਨ ਖਾਨ ਤੇ ਸਲਮਾਨ ਖਾਨ ਹੀ ਆ। ਸਲਮਾਨ ਖਾਨ ਦਾ ਤਾਂ ਕੋਈ ਸਲਮਾਨ ਖਾਨ ਓਕੇ। ਟੈਲੈਂਟ। ਕਿਦਾਂ? ਟੈਲੈਂਟ। ਟੈਲੈਂਟ ਇਜ਼ ਲਾਈਕ ਹਾਰਡ ਵਰਕ, ਸਟਰਗਲ। ਇਹ ਚੀਜ਼ਾਂ ਤੋਂ ਹੀ ਟੈਲੈਂਟ ਬਣਦਾ, ਅਦਰਵਾਈਜ਼ ਟੈਲੈਂਟ ਦਾ ਕੋਈ ਮੁੱਲ ਨਹੀਂ ਜੇ ਇਹ ਚੀਜ਼ਾਂ ਹੈ ਨਹੀਂ। ਅਦਰਵਾਈਜ਼ ਤੁਸੀਂ ਤੁੱਕਾ ਕਹਿ ਸਕਦੇ ਜਿਹੜਾ ਲੱਗ ਗਿਆ ਤੇ ਚੱਲ ਗਿਆ, That's right. ਜੀ। ਬਾਕੀ ਨਹੀਂ ਕੁਛ। Okay. Okay. Hot. Hot ਕਾਫੀ। Okay. I had a feeling. That's smart, I would say. ਇਹ ਪਈ ਹੈ ਨਾ ਅੱਗੇ। Katrina Kaif. ਕੈਟਰੀਨਾ ਕੈਫ ਸਾਡੀ ਹੀਰੋਇਨ। ਮੈਨੂੰ ਨਹੀਂ ਉਹਦੇ ਬਾਰੇ ਕੋਈ ਬਹੁਤ ਲੈਣ ਦੇਣ। ਮੈਂ ਕਦੀ ਇੱਥੋਂ ਤੱਕ ਪਹੁੰਚਿਆ ਹੀ ਨਹੀਂ ਸੀ, ਟੂ ਵੀ ਫਰੈਂਕ ਦੱਸਾਂ, ਮੈਂ ਕਦੀ ਇੱਥੋਂ ਤੱਕ ਪਹੁੰਚਿਆ ਹੀ ਨਹੀਂ। ਹੋਰ ਇੰਨੇ ਕੰਮ ਆ ਮੇਰੇ ਦਿਮਾਗ 'ਚ ਜਿਹੜੇ ਕਰਨ ਵਾਲੇ ਆ, ਲਾਈਕ ਗਾਉਣ ਦੇ ਮਸਲੇ 'ਚ ਹੀ। ਜੀ। ਕੈਟਰੀਨਾ ਕੈਫ ਮੈਨੂੰ ਅੱਜ ਹੀ ਯਾਦ ਆਈ ਹੋਗੀ ਵੀ ਤੁਸੀਂ ਨਾਲ ਲਿਆ ਤੇ। Oh wow. ਅਦਰਵਾਈਜ਼ ਮੈਂ ਕਿਉਂ ਨਹੀਂ ਯਾਦ ਕਰਦਾ। ਕੈਟਰੀਨਾ ਕੈਫ ਸੁਣ ਕੇ ਕਹਿ ਰਹੀ ਕਿ ਸਾਡੇ ਧੰਨ ਭਾਗ। ਨਹੀਂ, ਮੈਨੂੰ ਲੈਣਾ ਦੇਣਾ ਕੋਈ ਨਹੀਂ ਨਾ ਕੈਟਰੀਨਾ ਨਾਲ। ਜਾਂ ਤਾਂ ਮੈਂ ਫਿਲਮ ਕਰਨੀ ਜਾਂ ਗਾਣਾ ਕਰਨਾ, ਜਾਂ ਗਾਣੇ 'ਚ ਲੈਣੀ ਹੋਵੇ ਮੈਂ ਸੋਚਾਂ ਵੀ ਬੇਫਾਲਤੂ ਮੈਂ ਉੱਤੇ ਕਿਉਂ ਦਿਮਾਗ ਖਰਚ ਕਰਾਂ ਕੈਟਰੀਨਾ। You know Wow. what? I like that Yeah, answer. absolutely, ਮੈਨੂੰ yes. ਤੁਹਾਡਾ ਇਹ ਜਵਾਬ ਬਹੁਤ ਵਧੀਆ ਲੱਗਿਆ। That means his mind is on hustle. And that's so good. ਉਹ ਅੱਜ-ਕੱਲ ਬਹੁਤ ਕੰਮ ਆ ਨਾ। ਹੁਣ Yeah. ਮੈਨੂੰ ਤੁਹਾਡੇ ਤੋਂ ਬਾਅਦ ਜਾ ਕੇ ਮੈਂ ਪੈਕਿੰਗ ਕਰਨੀ, ਮੈਂ ਫਲਾਈਟ ਫੜਨੀ, ਇੰਗਲੈਂਡ ਜਾਣਾ, ਜਾ ਕੇ ਸ਼ੂਟ ਕਰਨਾ ਆ। I think that is ਆਹੀ ਰੀਜ਼ਨ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਕਾਤੋਂ ਹੋ। ਸੋ ਮੈਂ ਕੈਟਰੀਨਾ ਕੈਫ ਨੂੰ ਐਵੇਂ ਸੋਚੀ ਜਾਵਾਂ, ਮੇਰਾ ਕੋਈ ਕੰਮ ਨਹੀਂ, ਕੋਈ ਕੰਮ। Oh, that's so good. Yeah. So vacation. ਵਕੇਸ਼ਨ, ਆਈ ਲਵ ਵੈਨਕੂਵਰ, Really? ਆਈ ਲਵ ਲੰਡਨ। Wow. ਇਹ ਮੇਰੇ ਫੇਵਰੇਟ ਦੋ ਪਲੇਸ ਆ ਜਿੱਥੇ ਮੈਂ ਜਾਣਾ ਪਸੰਦ ਕਰਦਾ, ਔਰ ਮੈਂ ਮੋਸਟ ਦਾ ਟਾਈਮ ਇਹਨਾਂ ਦੋਵਾਂ ਜਗ੍ਹਾ ਜਾ। ਹੁਣ ਮੈਂ ਲੰਡਨ ਸ਼ੂਟ ਕਰ ਰਿਹਾ ਜੀ। ਐਂਡ ਲੰਡਨ ਤੋਂ ਵੈਨਕੂਵਰ ਮੈਂ ਆ ਗਿਆ 2-3 ਦਿਨ। ਮੈਨੂੰ ਰਹਿਣਾ ਬਹੁਤ ਚੰਗਾ ਇੱਥੇ ਦਾ ਵੈਦਰ, ਖਾਸ ਕਰਕੇ ਪਤਾ ਨਹੀਂ ਤੁਹਾਡੇ ਲਈ ਇਹ ਨਾ ਹੋਵੇ ਤੁਸੀਂ ਮੈਨੂੰ ਗਾਲਾਂ ਕੱਢੋ ਕਿ perfect. ਸਾਰੇ No, ਸਿੱਧਾ, no, no, no. ਬਟ ਮੈਨੂੰ ਬਹੁਤ ਚੰਗਾ ਲੱਗਦਾ ਜੀ। ਲਾਈਕ ਤੁਹਾਡੇ ਇੱਥੇ ਸਨੋ ਵੀ ਨਹੀਂ ਹੈਗੀ, ਹਾਂਜੀ। ਅਦਰਵਾਈਜ਼ ਤਾਂ Summers are also nice. That's ਹਾਂ, right. All ਉਹ year ਵਧੀਆ round. ਲੱਗਦਾ। ਅੱਛਾ, ਲਾਸਟ ਹੈ ਲਾਈਵ ਪਰਫਾਰਮੈਂਸ ਔਰ ਪ੍ਰੀ ਟੇਪ। ਆਲਵੇਜ਼ ਲਾਈਵ, ਆਲਵੇਜ਼ ਲਾਈਵ। ਲਾਸਟ ਸਾਹ ਤੱਕ ਲਾਈਵ। ਕੀ ਬਾਤ ਮੈਂ ਹੈ। ਕਦੀ ਇੱਕ ਵਾਰੀ ਸੀਡੀ ਤੇ ਗਾਇਆ ਸੀ ਪੀਟੀਸੀ ਦੇ ਪ੍ਰੋਗਰਾਮ ਤੇ, ਔਰ ਤੁਸੀਂ ਬਲੀਵ ਕਰੋਗੇ ਮੇਰੇ ਸਾਰੀ ਰਾਤ ਢਿੱਡ ਪੀੜ ਹੁੰਦੀ ਰਹੀ ਸੀ। ਮਤਲਬ ਮੈਂ ਬਾਅਦ ਚ ਰਿਅਲਾਈਜ਼ ਕੀਤਾ ਵੀ ਤੁਸੀਂ ਕਿੰਨਾ ਮੂਰਖ ਬਣਦੇ ਹੋ, ਆਪਣੇ ਗਾਣੇ ਆਪਣੇ ਮੂੰਹ ਚ ਗਾਈ ਜਾ ਰਹੇ ਹੋ। Yeah. ਮਤਲਬ ਮੈਂ ਉਦੋਂ ਰਿਅਲਾਈਜ਼ ਕੀਤਾ, ਔਰ ਉਸ ਤੋਂ ਬਾਅਦ ਮੈਂ ਮਤਲਬ ਸਟੇਜ ਤੇ ਹੀ ਸੌਂਗ ਖਾ ਕੇ ਆਇਆ ਸੀਗਾ ਕਿ ਮੈਂ ਉਸ ਤੋਂ ਕਦੀ ਬਾਅਦ ਨੇ। ਸੀਡੀ ਤੇ ਪਰਫਾਰਮ ਨਹੀਂ ਕਰੂੰਗਾ ਭਾਵੇਂ ਮੈਨੂੰ ਕੋਈ ਕਰੋੜ ਰੁਪਈਆ ਦੇ ਦੇ। ਵਾਹ ਜੀ, ਔਰ ਮੈਂ that ਉਹ is so nice. ਮਤਲਬ ਪਹਿਲਾਂ ਹੀ ਲਾਈਕ ਪਹਿਲਾ ਤੇ ਲਾਸਟ ਚਾਂਸ ਸੀਗਾ ਜਿੱਤੇ ਮੈਂ ਗਾਇਆ, ਉਹ ਵੀ ਮੈਂ ਨਵਾਂ ਸੀ 2014 ਚ। ਮੈਂ ਮਨਾ ਨਹੀਂ ਸੀ ਕਰ ਸਕਦਾ ਕਿ ਮਤਲਬ ਇਹ ਨਹੀਂ ਸੀ ਕਹਿ ਸਕਦਾ ਕਿ ਮੈਂ ਨਹੀਂ ਆਉਣਾ, ਨਹੀਂ ਤਾਂ ਚੈਨਲ ਨਾਰਾਜ਼ ਹੋ ਜਾਂਦੇ, ਗਾਣੇ ਬੰਦ ਕਰ ਦਿੰਦੇ। Yeah. ਬਟ ਮੈਂ ਕਦੀ ਵੀ ਨਹੀਂ ਗਾਉਂਗਾ, ਕਦੀ ਗਾਇਆ ਹੀ ਨਹੀਂ। ਮਤਲਬ ਉਹ ਪਹਿਲਾ ਦਿਨ ਸੀਗਾ, ਮੈਨੂੰ ਐਂ ਲੱਗੇ ਕਿ ਗਾਣੇ ਦੇ ਉੱਤੇ ਤੁਸੀਂ ਆਪਣੇ ਗਾਣੇ ਤੇ ਮੂੰਹ ਚ ਗਾਈ ਜਾ ਰਹੇ ਹੋ। Yeah. Yeah. ਹੁਣ ਤੁਹਾਡੇ ਜੇ ਤੁਹਾਨੂੰ ਮਤਲਬ ਇੰਨਾ ਜ਼ਿਆਦਾ ਮਤਲਬ ਰਾਈਟਸ ਨਹੀਂ ਹੈਗੇ ਕਿ ਤੁਸੀਂ ਉੱਚੀ ਗਾ ਸਕੋ ਆਪਣੇ ਗਾਣੇ। ਜੀ। ਸੋ ਲਾਈਵ ਤਾਂ ਮੈਨੂੰ ਭਾਵੇਂ ਸਾਰੀ ਰਾਤ ਗਾਓ। I think ਸਹੀ ਕਲਾਕਾਰ ਦੀ ਪਛਾਣ ਵੀ Yes. ਇੱਥੋਂ ਹੁੰਦੀ ਹੈ। Any artist that wants to sing live, ਇੱਥੋਂ ਪਤਾ ਲੱਗਦਾ ਹੈ okay ਟੈਲੈਂਟ ਹੈਗਾ। And we are so glad ਤੁਸੀਂ ਸਾਡੇ ਅੱਜ ਪਹਿਲੇ ਅਰੇ ਪ੍ਰੋਗਰਾਮ ਥੈਂਕ ਤੇ ਯੂ, ਮੈਂ ਪਹੁੰਚੇ। ਬਹੁਤ Yeah, ਐਕਸਾਈਟਡ thank you ਸੀਗਾ। so ਮੈਨੂੰ much. ਆ ਭਾਜੀ ਨੇ ਦੱਸਿਆ, ਗੁਰਵਿੰਦਰ ਭਾਜੀ ਨੇ, ਕਿ ਸ਼ੋਅ ਸ਼ੁਰੂ ਕਰ ਆਪਾਂ ਤਾਂ ਖੈਰ ਮਿਲੇ ਸੀ ਹਾਂਜੀ, stage ਤੇ। ਫਿਊਜ਼ਨ ਫੈਸਟੀਵਲ ਤੇ। ਔਰ ਬੜਾ ਚੰਗਾ ਲੱਗਦਾ, ਬੜਾ ਵਧੀਆ ਸ਼ੋਅ ਆ। ਨਹੀਂ ਤਾਂ ਵੈਸੇ ਇੱਥੇ ਬੜੇ ਬੜੇ ਸੀਨੀਅਰ ਹੋਸਟ ਆ, ਔਰ ਬਹੁਤੇ ਤੋਂ ਡਰ ਹੀ ਲੱਗਦਾ ਨਾ ਇੰਨੀਆਂ ਭਾਰੀਆਂ ਗੱਲਾਂ। ਉਹ ਬੜਾ ਰਿਲੀਫ ਜਿਹਾ ਮਿਲਿਆ ਕਿਉਂਕਿ ਸਾਰੇ ਬਹੁਤ ਸੀਨੀਅਰ ਆ, ਬੜੇ ਵਧੀਆ ਆ। ਮਤਲਬ ਖੈਰ ਸਾਰਿਆਂ ਦਾ ਬਹੁਤ ਵੱਡਾ ਨਾਂ ਆ ਜਿੰਨੇ ਵੀ ਇੱਥੇ ਹੋਸਟ ਆ, ਕੈਨੇਡਾ, ਅਮਰੀਕਾ, ਜਿੱਥੇ ਕਿਤੇ ਵੀ। ਬਟ ਉਹਨਾਂ ਦਾ ਇੱਕ ਰੁਤਬਾ ਇੰਨਾ ਵੱਡਾ ਆ ਕਿ ਉਹਨਾਂ ਨਾਲ ਤੁਸੀਂ ਖੁੱਲ ਕੇ ਗੱਲ ਨਹੀਂ ਕਰ ਸਕਦੇ ਨਾ, ਜੀ। ਜਾਂ ਉਹ ਇੱਕ ਉਹਨਾਂ ਦਾ ਇੱਕ ਮਤਲਬ ਉਹ ਇੱਕ ਹੋਰ ਤਰੀਕਾ ਹੈ, ਉਹ ਇੱਕ ਹੋਰ ਲੈਵਲ ਆ। ਸੋ ਤੁਸੀਂ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਉਮਰ ਆ ਜਾਂ ਯੰਗਸਟਰ ਆ, ਇਹ ਜ਼ਿਆਦਾ ਥੋੜਾ ਵਧੀਆ ਨਵੀਂ ਚੀਜ਼ ਆ। Thank you. Yeah, thank you so ਬਹੁਤ much. Thank Thank you you so so much. much for being ਥੈਂਕ ਯੂ here. ਸੋ ਮਚ। ਜਾਣ ਤੋਂ ਪਹਿਲਾਂ ਕੋਈ ਵੀ ਤੁਸੀਂ ਸਾਡੇ ਲਿਸਨਰਸ ਦੇ ਨਾਲ ਕੋਈ ਵੀ ਗੱਲ ਦਿਲ ਦੀ ਸਾਂਝੀ ਕਰਨਾ ਚਾਹੁੰਦੇ ਆ ਤਾਂ ਤੁਸੀਂ? ਬਸ ਵਧੀਆ, ਸਾਰੇ ਹੀ ਅੱਜ ਦੀ ਡੇਟ 'ਚ ਕਿਸੇ ਨੂੰ ਮੈਨੂੰ ਲੱਗਦਾ ਕਿ ਮੈਸੇਜ ਦੇਣ ਦਾ ਜਾਂ ਕਿਸੇ ਨੂੰ ਕਹਿਣ ਦਾ ਕੋਈ ਇੰਨੀ ਹੈ ਨਹੀਂ। ਸਾਰੇ ਹੀ ਵਧੀਆ, ਆਪਣੀ ਜਗ੍ਹਾ ਹਰ ਬੰਦਾ ਹੀ ਸਮਝਦਾਰ ਆ। ਸੋ ਬਸ ਪਿਆਰ ਨਾਲ ਰਹੋ ਤੇ ਸ਼ਾਂਤੀ ਰਹੋ ਤੇ ਦੈਟਸ ਇਟ। ਪਿਆਰ ਦੇ ਵਿੱਚ ਸਾਰਾ ਕੁਝ ਆ ਜਾਂਦਾ। Thank you so much. Thank you so much. ਰਣਜੀਤ ਬਾਵਾ ਜਿੱਥੇ ਗੱਲਾਂ ਬਾਤਾਂ ਲਈ ਵੀ ਬਹੁਤ ਰੌਣਕੀ ਹਨ, ਉੱਥੇ ਗਾਇਕੀ ਦੇ ਵਿੱਚ ਵੀ ਕਮਾਲ ਦੇ ਪਰਫਾਰਮਰ ਹਨ। 2 ਅਪ੍ਰੈਲ ਨੂੰ ਉਹਨਾਂ ਦੀ ਗਾਇਕੀ ਦਾ ਦਰਸ਼ਕ ਆਨੰਦ ਮਾਣਨਗੇ ਵੈਨਕੂਵਰ ਦੇ ਕੁਈਨ ਐਲਿਜ਼abeth ਥੀਏਟਰ ਦੇ ਵਿੱਚ। ਉਸ ਤੋਂ ਪਹਿਲਾਂ ਰਣਜੀਤ ਬਾਵਾ ਰੈੱਡ FM ਤੇ ਮੇਰੇ ਨਾਲ ਪ੍ਰੋਗਰਾਮ ਸੁਰ ਪੰਜਾਬ ਦੇ ਵਿੱਚ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਕਿ ਹਰਜਿੰਦਰ ਸਿੰਘ ਥਿੰਦ ਹੋਣਾ ਦਾ ਇੰਟਰਵਿਊ ਸੈਗਮੈਂਟ ਪੇਸ਼ ਕਰੀਏ, ਜਿਸ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸ਼ਹੀਦ-ਏ-ਆਜ਼ਮ ਦੇ ਉਹਨਾਂ ਪੱਖਾਂ ਤੇ ਗੱਲ ਕਰਨਗੇ ਜੋ ਬਹੁਤ ਅਹਿਮ ਹਨ।
ਪਰ ਅਣਗੌਲੇ ਰਹਿ ਜਾਂਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਇੰਨੀ ਛੋਟੀ ਉਮਰ ਦੇ ਵਿੱਚ ਕਿੱਡੀ ਵੱਡੀ ਸੋਚ ਦੇ ਮਾਲਕ ਸਨ। ਬਹੁਤ ਅਹਿਮ ਤੇ ਖੁੱਲੀ ਗੱਲਬਾਤ ਹੈ ਕਿਉਂ ਨਾ ਉਸ ਤੋਂ ਪਹਿਲਾਂ ਇੱਕ ਸ਼ੌਂਕੀ ਖਾਨ ਹੁਣਾਂ ਦਾ ਚੁਟਕਲਾ ਹੀ ਸੁਣ ਲਈਏ। मौजूद ख्वातीन व हज़रात, शौकी खान का आदाब पेश खिदमत है, कबूल कीजिए। एक बंदे ने बड़े पैसे पूसे जमा करके सारी जिंदगी की कमाई इकट्ठी करके तो एक बड़ा बेहतरीन उन्हें खेस बनवा लिया। खेस बनवाया तो हूँ हर पिंड के बंदे नूं यार इन्हें किड्डा अच्छा खेस बनवाया। उस पिंड के चौधरी के पुत्र की जंज आ गई। वो मुंडे ने जिद कर ली, उन्हें कहा जी मैं तो जद तक आ खेस नहीं ना घोड़ी ते पाउणा, मैं घोड़ी ते नहीं बहना। ਉਹ ਮੁੰਡੇ ਦਾ ਪਿਓ ਗਿਆ, ਉਹਨੇ ਜਾ ਕੇ ਖੇਸ ਵਾਲੇ ਬੰਦੇ ਦਾ ਤਰਲਾ ਮਿੰਤਾ ਕੀਤਾ। ਉਹਨੇ ਕਿਹਾ ਯਾਰ ਗੱਲ ਸੁਣ, ਸਾਡਾ ਮੁੰਡਾ ਜ਼ਿੱਦ ਕਰਨ ਡਿਆ, ਤੂੰ ਬੜਾ ਅੱਛਾ ਖੇਸ ਬਣਵਾਇਆ, ਇੱਕ ਦਿਨ ਵਾਸਤੇ ਖੇਸ ਦੇ ਦੇ, ਅਸੀਂ ਘੋੜੀ ਤੇ ਪਾ ਦਿਆਂਗੇ, ਮੁੰਡਾ ਸਾਡਾ ਬਹਿ ਜਾਏਗਾ, ਖੁਸ਼ ਹੋ ਜਾਏਗਾ। ਉਹਨੇ ਕਿਹਾ ਜੀ ਖੇਸ ਮੈਂ ਦੇ ਦੇਣਾ, ਤੁਹਾਡੀ ਮਿਹਰਬਾਨੀ, ਲੇਕਿਨ ਮੈਨੂੰ ਇਜਾਜ਼ਤ ਹੈ ਕਿ ਮੈਂ ਜੰਜ ਨਾਲ ਰੋਟੀ ਖਾਣ ਤੇ ਜਾ ਸਕਣਾ ਨਾ। ਉਹਨੇ ਕਿਹਾ ਬਿਲਕੁਲ ਠੀਕ ਹੈ ਤੂੰ ਚੱਲ, ਲੇਕਿਨ ਇੱਕ ਗੱਲ ਯਾਦ ਰੱਖੀ, ਤੈਨੂੰ ਸਾਡੀ ਜੰਜ ਨਾਲ ਕੋਈ ਬੰਦਾ ਪੁੱਛੇ ਤੂੰ ਖੇਸ ਦਾ ਜ਼ਿਕਰ ਨਹੀਂ ਕਰਨਾ, ਸਾਡਾ ਨੱਕ ਨਾ ਵਢਾਈ, ਸਾਡੀ ਬੇਇੱਜ਼ਤੀ ਨਾ ਕਰਾਈ, ਕਿਸੇ ਨੂੰ ਗੱਲ ਨਾ ਕਰੀ ਕਿ ਖੇਸ ਮੇਰਾ। ਉਹਨੇ ਕਿਹਾ ਜੀ ਮੈਨੂੰ ਕੀ ਜ਼ਰੂਰਤ ਹੈ, ਜੰਜ ਜਾ ਰਹੀ ਹੈ, ਮਗਰੋਂ ਬੰਦਾ ਜਾ ਰਿਹਾ। ਇੱਕ ਬੰਦਾ ਉਹਨੂੰ ਪੁੱਛਦਾ, ਕਹਿੰਦਾ ਭਾਜੀ ਇਹ ਜੰਜ ਕਿਹਨਾਂ ਦੀ ਹੈ? ਆਂਦਾ ਜੰਜ ਤੇ ਜੱਟਾਂ ਦੀ ਆ ਤੇ ਖੇਸ ਆਪਣਾ ਹੀ ਆ। ਉਹਨੂੰ ਮੁੰਡੇ ਦੇ ਪਿਓ ਨੂੰ ਪਤਾ ਲੱਗਾ, ਉਹਨੇ ਛੁੱਤੀ ਲਾ ਲਈ। ਉਹਨੇ ਕਿਹਾ ਤੈਨੂੰ ਆਖਿਆ ਤੂੰ ਖੇਸ ਦਾ ਨਾਂ ਹੀ ਨਹੀਂ ਲੈਣਾ, ਤੂੰ ਸਾਡੀ ਬਰਾਦਰੀ 'ਚ ਬਿਸਤੀ ਕਰਾਉਣ ਡਿਆ। ਆਂਦਾ ਜੀ ਬਿਲਕੁਲ ਠੀਕ ਹੈ, ਮੇਰਾ ਪਿਓ ਮਾਰ ਜਾ ਜੇ ਮੈਂ ਖੇਸ ਦਾ ਨਾਂ ਲਵਾਂ ਤੇ। ਉਹਨੇ ਕਿਹਾ ਬਿਲਕੁਲ ਠੀਕ। ਫਿਰ ਅੱਗੇ ਜੰਜ ਗਈ, ਫਿਰ ਇੱਕ ਬੰਦਾ ਮਿਲਿਆ, ਕਹਿੰਦਾ ਉਹ ਚੌਧਰੀ ਜੰਜ ਕਿਹਨਾਂ ਦੀ ਆ? ਆਂਦਾ ਜੰਜ ਤੇ ਜੱਟਾਂ ਦੀ, ਉਹ ਨਾਂ ਲਵਾਂ ਦੇ ਖੇਸ ਦਾ ਨਹੀਂ ਪਤਾ। ਉਹਨਾਂ ਫੇਰ ਲੇਤਰ ਮਾਰੇ। ਉਹਨਾਂ ਕਿਹਾ ਤੈਨੂੰ ਆਖਿਆ ਤੂੰ ਸਿੱਧਾ ਕਹੋ ਕਿ ਜੰਜ ਜੱਟਾਂ ਦੀ ਏ, ਤੂੰ ਖੇਸ ਦਾ ਨਾਂ ਹੀ ਨਾ ਲੈ। ਮਗਰ ਉਸ ਬੰਦੇ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਸਾਰੀ ਜ਼ਿੰਦਗੀ ਦੀ ਕਮਾਈ ਇਕੱਠੀ ਕਰਕੇ ਖੇਸ ਬਣਵਾਇਆ ਸੀ, ਉਹ ਭੁੱਲਣ ਨਹੀਂ ਡਿਆ। ਫੇਰ ਥੋੜੀ ਅੱਗੇ ਜੰਜ ਗਈ, ਫੇਰ ਹੀ ਕਮਾਈ ਮਿਲੀ। ਕਹਿੰਦੀ ਵੇ ਪੁੱਤ ਜੰਜ ਕਿਹਨਾਂ ਦੀ ਆ? ਆਂਦਾ ਮਾਈ ਜਾ ਦਫਾ ਹੋ, ਨਾ ਜੰਜ ਦਾ ਪਤਾ ਹੀ ਨਾ ਖੇਸ ਦਾ। ਸ਼ਹੀਦ ਆਜ਼ਮ ਸਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਬੇਸ਼ੱਕ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਕੁਰਬਾਨੀ ਦਾ ਕੋਈ ਮੁਕਾਬਲਾ ਨਹੀਂ, ਲੇਕਿਨ ਫਿਰ ਵੀ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਦੀ ਤਫਸੀਲ ਅਤੇ ਖਾਸ ਤੌਰ 'ਤੇ ਭਗਤ ਸਿੰਘ ਦੀ ਫਿਲਾਸਫੀ ਦੇ ਉੱਤੇ ਕਿ ਉਹਨਾਂ ਨੇ ਕੀ ਪੜ੍ਹਿਆ, ਕੀ ਲਿਖਿਆ, ਆਪਣੇ ਪਿੱਛੇ ਕੀ ਛੱਡ ਗਏ, ਕੀ ਇਹ ਹਕੀਕਤ ਕੀ ਹੈ ਕਿ ਉਹਨਾਂ ਦਾ ਸੁਪਨਾ ਕੀ ਸੀ, ਉਹ ਕਿਹੋ ਜਿਹਾ ਭਾਰਤ ਵੇਖਣਾ ਚਾਹੁੰਦੇ ਸਨ, ਔਰ ਉਹਨਾਂ ਦੇ ਸੁਪਨਿਆਂ ਦਾ ਭਾਰਤ ਹਾਲੇ ਤੱਕ ਬਣ ਨਾ ਸਕਿਆ, ਉਸ 'ਤੇ ਪੂਰਾ ਨਾ ਉਤਰ ਸਕਿਆ। ਸੋ ਇਸ ਦਾ ਪਛਤਾਵਾ ਉਹਨਾਂ ਦੇ ਉਪਾਸ਼ਕਾਂ ਨੂੰ ਔਰ ਭਗਤ ਸਿੰਘ ਦੇ ਵਾਰਸਾਂ ਨੂੰ ਬੜਾ ਹੈ। ਅੱਜ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਇਸ ਗੱਲ ਦਾ ਲੇਖਾ ਜੋਖਾ ਵੀ ਸਾਡੇ ਨਾਲ ਕਰਨਗੇ ਅਤੇ ਹੋਰ ਡਿਟੇਲਸ 'ਚ ਉਹਨਾਂ ਦੀ ਫਿਲਾਸਫੀ ਦੀਆਂ ਗੱਲਾਂ ਬਾਤਾਂ ਹੋਣਗੀਆਂ। ਪਰ ਸਭ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਥਿੰਨ ਸਾਹਿਬ। ਥਿੰਨ ਸਾਹਿਬ ਦੇਖੋ, ਮੇਰਾ ਖਿਆਲ ਆ ਵੀ ਅੱਜ ਆਪਾਂ ਗੱਲਬਾਤ ਜਿਹੜੀ ਹੈਗੀ ਆ ਉਹਨਾਂ ਦੀ ਜੀਵਨੀ 'ਤੇ ਤਾਂ ਬਹੁਤਾ ਨਹੀਂ ਕਰਾਂਗੇ, ਪਤਾ ਹੀ ਆ ਸਾਰਿਆਂ ਨੂੰ ਵੀ ਕਦੋਂ ਜਨਮ ਹੋਇਆ, ਕਦੋਂ ਉਹਨਾਂ ਦੀ ਸ਼ਹੀਦੀ ਹੋਈ, ਕੀ ਕੀਤਾ, ਇਹਦੇ 'ਤੇ ਨਹੀਂ। ਜਿਹੜਾ ਸਭ ਤੋਂ ਰੌਲੇ ਵਾਲੀ ਗੱਲ ਹੈਗੀ ਆ ਉਹ ਹੈਗੀ ਜੀ ਉਹਨਾਂ ਦੀ ਫਿਲਾਸਫੀ ਦੀ ਗੱਲ। ਔਰ ਮੈਂ ਇਹ ਪਹਿਲਾਂ ਤਾਂ ਮੈਂ ਦੱਸ ਦਵਾਂ ਵੀ ਇਹ ਜਿਹੜੇ ਸ਼ਹੀਦ ਭਗਤ ਸਿੰਘ, ਇਹ ਮੋਸਟ ਪੋਪੂਲਰ ਪਰਸਨ ਇੰਡੀਆ ਦੇ ਵਿੱਚ ਉਦੋਂ ਵੀ ਸੀ ਤੇ ਹੁਣ ਵੀ ਹੈ। ਇੰਨਾ ਕੋਈ ਹੋਰ ਆਜ਼ਾਦੀ ਦਾ ਘੁਲਾਟੀਏ ਦਾ ਨਾਂ ਨਹੀਂ ਹੋਇਆ ਜਿੰਨਾ ਭਗਤ ਸਿੰਘ ਦਾ ਹੋਇਆ ਜਾ। ਠੀਕ ਹੈ। ਅੱਛਾ, ਹੁਣ ਜਿਹੜਾ ਰੌਲਾ ਪੈਂਦਾ, ਅੱਜ ਮੈਂ ਇੱਕ ਸੁਣਨ ਵਾਲਿਆਂ ਨੂੰ ਇਹ ਕਹਿ ਦੇਵਾਂ ਵੀ ਥੋੜ੍ਹਾ ਜਿਹਾ ਇਹਦੇ 'ਤੇ ਧਿਆਨ ਦੇਣ, ਇਹ ਥੋੜ੍ਹੀ ਗੱਲ ਔਖੀ ਹੋਣੀ ਆ ਜਿਹੜੀ ਅੱਜ ਮੈਂ ਕਰਨੀ ਆ। ਇਹਨੂੰ ਸਮਝਣਾ ਥੋੜ੍ਹਾ ਜਿਹਾ ਔਖਾ ਹੋਣਾ, ਪਰ ਮੈਂ ਜਿੰਨੀ ਕੁ ਮੇਰੀ ਸਮਝ ਹੈਗੀ ਉਹਦੇ ਮੁਤਾਬਕ ਇਹਨੂੰ ਸੌਖਾ ਬਣਾ ਕੇ ਕੋਸ਼ਿਸ਼ ਕਰਾਂਗੇ ਕਰਨ ਦੀ। ਪਰ ਇਹਨੂੰ ਧਿਆਨ ਨਾਲ ਥੋੜ੍ਹਾ ਜਿਹਾ ਸੁਣਨ ਵਾਲੀ ਗੱਲ ਹੋਣੀ ਅੱਜ ਦੀ ਗੱਲ ਹੈ। ਜਿੰਨੀ ਭਗਤ ਸਿੰਘ ਦੀ ਫਿਲਾਸਫੀ ਨੂੰ ਤੋੜਿਆ ਮਰੋੜਿਆ ਗਿਆ ਨਾ ਜੀ, ਔਰ ਮੇਰਾ ਖਿਆਲ ਕਿਸੇ ਹੋਰ ਲੀਡਰ ਦੀ ਫਿਲਾਸਫੀ ਨੂੰ ਇੰਨਾ ਤੋੜਿਆ ਮਰੋੜਿਆ ਨਹੀਂ ਗਿਆ। ਔਰ ਜਿੰਨੀ ਭਗਤ ਸਿੰਘ ਦੀ ਫਿਲਾਸਫੀ ਸਪਸ਼ਟ ਸੀ, ਉਨੀ ਕਿਸੇ ਦੀ ਸਪਸ਼ਟ ਨਹੀਂ ਸੀ। ਸਭ ਤੋਂ ਵੱਧ ਇਹਨੂੰ ਤੋੜਿਆ ਮਰੋੜਿਆ ਗਿਆ ਜੀ ਇਸ ਫਿਲਾਸਫੀ ਨੂੰ। ਕੋਈ ਇਹਨੂੰ ਕੁਛ ਕਹੀ ਜਾਂਦਾ, ਕੋਈ ਕਹੀ ਜਾਂਦਾ ਜੀ ਸਿੱਖ ਸੀ ਜੀ, ਕੋਈ ਆਰੀਆ ਸਮਾਜੀ ਸੀ, ਕੋਈ ਹਿੰਦੂ ਸੀ ਜੀ, ਇਹ ਤਾਂ ਸ਼ੁੱਧ ਫਲਾਨਾ ਸੀ, ਇਹ ਤਾਂ ਉਹਨਾਂ ਦੀ ਕੁਰਬਾਨੀ ਨੂੰ ਵਰਤ ਕੇ ਕਈ ਤਰੀਕੇ ਦੇ ਉੱਲੂ ਸਿੱਧੇ ਕੀਤੇ ਜਾਂਦੇ। ਹਾਂ, ਜਿੱਦਾਂ ਫਿੱਟ ਆਉਂਦੀ ਆ ਕਿਸੇ ਨੂੰ ਉੱਦਾਂ ਲਾਈ ਜਾਂਦੇ ਆ। ਹਾਲਾਂਕਿ ਭਗਤ ਸਿੰਘ ਉਹਨਾਂ ਦੀ ਜਿਹੜੀ ਫਿਲਾਸਫੀ ਉਹ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਉਹ ਲਿਖ ਕੇ ਛੱਡ ਗਏ ਆ। ਕਲੀਅਰ ਸ਼ਬਦਾਂ ਦੇ ਵਿੱਚ ਉਹਦੇ 'ਚ ਕੋਈ ਐਂਬੀਗਿਊਟੀ ਨਹੀਂ ਹੈ, ਕੋਈ ਰੌਲਾ ਨਹੀਂ ਹੈ ਉਹਦੇ ਵਿੱਚ ਵੀ ਮੈਂ ਸਿੱਖ ਹਾਂ ਕਿ ਮੈਂ ਹਿੰਦੂ ਹਾਂ ਜਾਂ ਮੈਂ ਭਾਰਤੀ ਹਾਂ ਜਾਂ ਫਲਾਣਾ, ਮੈਂ ਕਰੂੰਗਾ ਇਹ 'ਤੇ ਵੀ ਗੱਲ ਜਾ ਕੇ ਜਿਹੜੀ ਹੈਗੀ ਗੱਲ। ਸੋ ਉਹਦੇ ਵਿੱਚ ਇਹ ਆ, ਉਹ ਬੜੀ ਕਲੀਅਰ ਫਿਲਾਸਫੀ ਸੀਗੀ। ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦੇਵਾਂ, ਜਿਹੜਾ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਭੁਲੇਖਾ ਆ ਜਾ ਕੇ, ਵੀ ਭਗਤ ਸਿੰਘ ਜਿਹੜਾ ਸੀ ਉਹ ਹਿੰਦੁਸਤਾਨ ਦੀ ਆਜ਼ਾਦੀ ਦਾ ਘੁਲਾਟੀਆ ਨਹੀਂ ਸੀ।
ਭਗਤ ਸਿੰਘ ਜਿਹੜਾ ਸੀ ਉਹ ਆਲਮੀ ਇਨਕਲਾਬ ਦਾ ਬੰਦਾ ਸੀਗਾ ਜਾ ਕੇ ਜੀ। ਉਹ ਹਿੰਦੁਸਤਾਨ ਦੀ ਆਜ਼ਾਦੀ ਨੂੰ ਇੱਕ ਸਟੈਪ ਸਮਝਦੇ ਸੀ ਵਰਲਡ ਰੈਵੋਲੂਸ਼ਨ ਦੇ ਲਈ। ਉਹ ਇਹ ਸਮਝਦੇ ਸੀ ਪ੍ਰੋਲੇਟੇਰੀਅਤ ਦੀ ਆਜ਼ਾਦੀ, ਮਜ਼ਦੂਰ ਦੀ ਆਜ਼ਾਦੀ, ਕਿਸਾਨ ਦੀ ਆਜ਼ਾਦੀ ਜਿਹੜੀ ਹੈਗੀ ਇਹ ਲੁੱਟ ਹੋਣ ਬੰਦੇ ਦੀ ਆਜ਼ਾਦੀ ਲਈ ਲੜਿਆ। ਕਿਤੇ ਵੀ ਤੁਸੀਂ ਦੇਖ ਲਓ ਭਗਤ ਸਿੰਘ ਨੇ ਕਦੇ ਵੀ ਭਾਰਤ ਮਾਤਾ ਕੀ ਜੈ ਦਾ ਨਾਅਰਾ ਨਹੀਂ ਲਾਇਆ। ਆਲਵੇਜ਼ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਆਇਆ, ਆਲਵੇਜ਼ ਇਨਕਲਾਬ ਜ਼ਿੰਦਾਬਾਦ ਦਾ, ਜੈ ਹਿੰਦ ਦਾ ਵੀ ਨਹੀਂ ਲਾਇਆ ਕਦੇ। ਇਹ ਹੁਣ ਮੈਂ ਤਾਂ ਗੱਲਾਂ ਕਹਿੰਦਾ ਵੀ ਇਹ ਗੱਲਾਂ ਦੇ ਵਿੱਚ ਰੌਲਾ ਪੈਣਾ ਹੁਣ ਇਹ ਜਿਹੜੀਆਂ ਹੈਗੀਆਂ ਵੀ ਤੁਸੀਂ ਕੀ ਗੱਲਾਂ ਕਹੀ ਜਾਂਦੇ ਆ ਜੀ। ਆਲਵੇਜ਼ ਇਨਕਲਾਬ ਦੀ ਗੱਲ ਹੋਈ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਜਿੱਦਣ 21 ਜਨਵਰੀ 1930 ਨੂੰ ਉਹਨਾਂ ਦੇ ਟਰਾਇਲ ਦੇ ਵਿੱਚ ਉਹ ਆਉਂਦੇ ਆ ਜੀ, ਤਾਂ ਆਉਂਦਿਆਂ ਦੇ ਉਹਨੇ 4 ਨਾਅਰੇ ਲਾਏ ਜੀ। ਉਹਨੇ ਸਾਰਿਆਂ ਦੇ ਪਹਿਲਾ ਨਾਅਰਾ ਉਹਨਾਂ ਲਾਇਆ ਜੀ, ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ। ਲਿਖਤੀ ਪਈ ਹੈਗਾ, ਲੈ ਮੈਂ ਕੋਲੋਂ ਨਹੀਂ ਕਹਿ ਰਿਹਾ, ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ। ਦੂਜਾ ਨਾਅਰਾ ਉਹਨਾਂ ਦਾ ਸੀਗਾ ਜੀ, ਲੌਂਗ ਲਿਵ ਕਮਿਊਨਿਸਟ ਇੰਟਰਨੈਸ਼ਨਲ। ਹੁਣ ਕਮਿਊਨਿਸਟ ਇੰਟਰਨੈਸ਼ਨਲ ਕੀ ਹੈ ਜੀ? ਇਹ ਜਿਹੜੀ ਹੈਗੀ ਆ ਕਮਿਊਨਿਸਟ, ਇਹਨੂੰ ਥਰਡ ਇੰਟਰਨੈਸ਼ਨਲ ਵੀ ਕਹਿ ਦਿੰਦੇ ਆ, ਥਰਡ ਕਮਿਊਨਿਸਟ ਵੀ ਕਹਿ ਦਿੰਦੇ ਆ। ਇਹ 1919 ਦੇ ਵਿੱਚ ਲੈਨਨ ਨੇ ਰਸ਼ੀਅਨ ਇਨਕਲਾਬ ਆਉਣ ਤੋਂ ਬਾਅਦ, ਰੂਸੀ ਇਨਕਲਾਬ ਆਇਆ 1917 ਦੇ ਵਿੱਚ। 1919 ਦੇ ਵਿੱਚ ਉਹਨੇ ਇੱਕ ਕਮਿਊਨਿਸਟ ਇੰਟਰਨੈਸ਼ਨਲ ਲੀਗ ਬਣਾਈ, ਜਿਹਦੇ ਵਿੱਚ ਉਹਨੇ ਕਿਹਾ ਵੀ ਹੁਣ ਸਾਰਿਆਂ ਨੇ ਵਰਲਡ ਰੈਵੋਲੂਸ਼ਨ ਲਈ ਕੰਮ ਕਰਨਾ। ਜਿੱਥੇ ਜਿੱਥੇ ਵੀ ਕਮਿਊਨਿਸਟ ਬੈਠੇ ਉਹ ਆਪਣੇ ਆਪਣੇ ਜਥੇਬੰਦ ਕਰਨ ਤੇ ਇਹਦੇ ਮੈਂਬਰ ਬਣਨ, ਤੇ ਮੈਂਬਰ ਬਣ ਕੇ ਫਿਰ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਰਲਡ ਰੈਵੋਲੂਸ਼ਨ ਲਈ ਕੰਮ ਕਰਨ। ਕਿਉਂਕਿ ਵਰਲਡ ਰੈਵੋਲੂਸ਼ਨ ਤਾਂ ਆਉਣਾ, ਪਹਿਲਾਂ ਆਪਣੇ ਮੁਲਕ ਵਿੱਚ ਰੈਵੋਲੂਸ਼ਨ ਲਿਆਉਣ ਜਾ ਕੇ। ਤੀਜਾ ਨਾਰਾ ਇਹ ਸੀਗਾ ਜਾ ਕੇ ਉਹਨਾਂ ਦਾ, ਵੀ ਲੌਂਗ ਲਿਵ ਪੀਪਲ। ਆਖਰੀ ਨਾਰਾ ਇਹ, ਲੈਨਨਸ ਨੇਮ ਵਿਲ ਨੈਵਰ ਡਾਈ। ਇਹ ਸਾਰੀਆਂ ਲਿਖਤੀ ਰੂਪ ਦੇ ਵਿੱਚ ਪਈਆਂ ਗੱਲਾਂ। ਸੋ ਉਹਦੇ ਵਿੱਚ ਜਿਸ ਵੇਲੇ ਫਿਰ ਟਰਾਇਲ ਸ਼ੁਰੂ ਹੋਇਆ ਜੀ, ਤਾਂ ਫਿਰ ਉਹ ਮੈਜਿਸਟ੍ਰੇਟ ਨੂੰ ਇੱਕ ਬਿਆਨ ਦਿੰਦੇ ਆ। ਮੈਜਿਸਟ੍ਰੇਟ ਨੂੰ ਬਿਆਨ ਦੇ ਕੇ ਉਹਨੂੰ ਕਹਿੰਦੇ ਵੀ ਇਹ ਸਾਰਾ ਜਿਹੜਾ ਸਾਡਾ ਬਿਆਨ ਹੈ, ਇਹ ਜਿਹੜੀ ਉਹਦਾ ਨਾਂ ਉਸ ਵੇਲੇ ਥਰਡ ਇੰਟਰਨੈਸ਼ਨਲ ਬਾਅਦ 'ਚ ਪੈ ਗਿਆ ਸੀ, ਇਹ ਉਹਨੂੰ ਭੇਜ ਦਿੱਤਾ ਜਾਵੇ। ਉਹਦੇ ਵਿੱਚ ਉਹ ਸਾਰਾ ਇੱਦਾਂ ਲਿਖਦੇ ਆ ਵੀ ਲੈਨਨ ਲਈ ਇੱਦਾਂ ਹੈ, ਲੈਨਨ ਲਈ ਇੱਦਾਂ ਆ, ਤੇ ਲੈਨਨ ਲਈ ਇੱਦਾਂ ਆ। ਤਾਂ ਉਹ ਲਾਸਟ ਜਿਹੜਾ ਉਹਦੇ ਵਿੱਚ ਹੈਗਾ ਵੀ ਵਧਾਈ ਦਿਓ, ਦੁਨੀਆ ਸਾਰੀ ਇੱਦਾਂ ਖੁਸ਼ ਆ ਉਹਨਾਂ ਦੇ ਜਨਮ ਦਿਨ 'ਤੇ। ਇੱਕ ਲਾਸਟ ਵਿੱਚ ਉਹ ਖਤਮ ਇੱਦਾਂ ਕਰਦੇ ਆ, ਪ੍ਰੋਲੋਟੇਰੀਏਟ ਵਿਲ ਵਿਨ। ਪ੍ਰੋਲੋਟੇਰੀਏਟ ਜਿੱਤੂਗੀ, ਕੈਪੀਟਲਿਜ਼ਮ ਵਿਲ ਬੀ ਡਿਫੀਟਡ। ਇਹ ਜਿਹੜੇ ਉਹਨਾਂ ਦੇ ਲਾਸਟ ਦੇ ਵਿੱਚ ਉਹਦੇ ਵਿੱਚ ਹੈਗੇ ਆ। ਸੋ ਇਸ ਗੱਲ ਕਰਕੇ ਇਹ ਗੱਲ ਬਿਲਕੁਲ ਕਲੀਅਰ ਸੀਗੀ ਵੀ ਉਹ ਜਿਹੜੀ ਸੀ ਆਲਮੀ ਇਨਕਲਾਬ ਦੇ ਬੰਦੇ ਸੀ, ਵਰਲਡ ਰੈਵੋਲੂਸ਼ਨ ਵਾਲੇ ਬੰਦੇ ਸੀ, ਔਰ ਉਹ ਸਮਝਦੇ ਸੀਗੇ ਵੀ ਜਿਹੜਾ ਅੰਗਰੇਜ਼ ਸਾਮਰਾਜ ਆ ਇਹ ਅੜਿੱਕਾ ਆ, ਉਹਦੇ ਵਿੱਚ ਜਿੱਥੇ ਜਿੱਥੇ ਵੀ ਤੁਸੀਂ ਸਾਮਰਾਜੀਏ ਬੈਠੇ ਆ, ਉੱਥੇ ਸਟਰਗਲਾਂ ਆਪਣੀਆਂ ਤੇਜ਼ ਕਰੋ ਜਾ ਕੇ, ਤਾਂ ਕਿ ਅਸੀਂ ਦੁਨੀਆ ਦੇ ਗਰੀਬ ਲੋਕਾਂ ਨੂੰ ਇਹਨਾਂ ਦੇ ਚੁੰਗਲ ਤੋਂ ਆਜ਼ਾਦ ਕਰ ਸਕੀਏ ਜਾ ਕੇ। ਵੀ ਹੁਣ ਉਹ ਸਾਰਾ ਹੀ ਪੇਸ਼ ਇੱਦਾਂ ਕੀਤਾ ਜਾਂਦਾ ਜਾ ਕੇ ਜੀ, ਇਹ ਵੀ ਉਹ ਤਾਂ ਜੀ। ਅੱਛਾ ਦੇਖੋ, ਇੱਕ ਹੁਣ ਜਿਹੜਾ ਰੌਲਾ ਇਹ ਹੈ ਜੀ ਵੀ ਆਰੀਆ ਸਮਾਜ ਵਾਲੀ ਗੱਲ ਆ, ਆਰੀਆ ਸਮਾਜ ਦੇ ਮੰਦਰਾਂ ਵਿੱਚ ਉਹ ਰਹੇ ਆ। ਦੂਜੀ ਗੱਲ ਮੈਂ ਇਹ ਵੀ ਦੱਸ ਦੇਵਾਂ, ਆਰੀਆ ਸਮਾਜ ਦਾ ਬਹੁਤ ਰੋਲ ਰਿਹਾ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ, ਔਰ ਹਿੰਦੁਸਤਾਨ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਦੇ ਲਈ। ਆਰੀਆ ਸਮਾਜ ਨੇ ਮੂਰਤੀ ਪੂਜਾ ਦਾ ਵੀ ਖੰਡਨ ਕੀਤਾ, ਆਰੀਆ ਸਮਾਜ ਨੇ ਜ਼ਾਤ ਪਾਤ ਦਾ ਵੀ ਖੰਡਨ ਕੀਤਾ, ਆਰੀਆ ਸਮਾਜ ਨੇ ਚਾਈਲਡ ਮੈਰਿਜਸ ਦਾ ਵੀ ਖੰਡਨ ਕੀਤਾ। ਆਰੀਆ ਸਮਾਜ ਨੇ ਜਿਹੜਾ ਹੈਗਾ ਜੀ ਬਹੁਤ ਇੱਦਾਂ ਦੇ ਕੰਮ ਕੀਤੇ, ਔਰ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਵੀ ਬੜਾ ਹਿੱਸਾ ਪਾਇਆ, ਇਹ 'ਚ ਕੋਈ ਡਾਊਟ ਨਹੀਂ ਹੈ। ਪਰ ਇਹ ਕਹਿਣਾ ਵੀ ਭਗਤ ਸਿੰਘ ਆਰੀਆ ਸਮਾਜੀ ਸੀ, ਇਹ ਨਹੀਂ। ਜਾਂ ਭਗਤ ਸਿੰਘ ਸਿੱਖ ਸੀਗੇ ਤੇ ਕਿਉਂਕਿ ਉਹਨੇ ਕੇਸ ਰੱਖੇ ਉਸੇ, ਬਾਅਦ ਦੇ ਵਿੱਚ ਕੇਸ ਕਟਾ ਦਿੱਤੇ ਗਏ ਤਾਂ ਉਹ ਨੌਨ ਸਿੱਖ ਹੋ ਗਏ, ਇੱਦਾਂ ਹੈ ਨਾ ਸੀ। ਹੀ ਵਾਜ਼ ਅ ਹਿਊਮਨ ਬੀਇੰਗ। ਉਹ ਜਿਹੜੇ ਸੀਗੇ ਉਹਨੇ ਇੱਕੋ ਗੱਲ ਸੀ, ਜੇ ਉਹਨਾਂ ਦੀ ਕਮਿਟਮੈਂਟ ਸੀਗੀ ਤਾਂ ਉਹੀ ਸੀ, ਸਾਰੀ ਇਨਸਾਨ ਜਾਤੀ ਨੂੰ ਕਮਿਟਮੈਂਟ ਸੀਗੀ, ਕਿਸੇ ਖਾਸ ਫਿਰਕੇ ਨੂੰ ਕਮਿਟਮੈਂਟ ਨਹੀਂ ਸੀ, ਨਾ ਕਿਸੇ ਖਾਸ ਦੇਸ਼ ਨੂੰ ਕਮਿਟਮੈਂਟ ਸੀ। ਅੱਛਾ, ਬਸ ਇਹ ਭਾਰਤ ਦੀ ਆਜ਼ਾਦੀ ਲਈ, ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਾਉਣ ਲਈ ਉਹਨਾਂ ਨੇ ਕਾਫੀ ਕੰਮ ਕੀਤਾ। ਉਹਦੇ ਵਿੱਚ ਕਈ ਗੱਲਾਂ ਕਹੀਆਂ ਵੀ ਆ ਕਿ ਅਸੀਂ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦੇ ਹਾਂ। ਕਿਉਂ ਕੱਢਣਾ ਚਾਹੁੰਦੇ ਆ? ਇਸ ਕਰਕੇ ਕੱਢਣਾ ਚਾਹੁੰਦੇ ਆ ਵੀ ਦੁਨੀਆ ਦੇ ਵਿੱਚ ਸਾਮਰਾਜ ਦਾ ਬੜਾ ਮੂੰਹ ਆ, ਇਹ ਜਾ ਕੇ ਇਹ ਦੁਨੀਆ ਦੇ ਵਿੱਚ ਰੋਕ ਰਹੇ ਆ। ਹਿੰਦੁਸਤਾਨ ਦੇ ਵਿੱਚ ਜੇ ਸਾਮਰਾਜ ਦੀ ਕੋਈ ਪ੍ਰਤੀਨਿਧਤਾ ਕਰਦਾ ਸੀ ਤਾਂ ਇੰਗਲੈਂਡ ਕਰਦਾ ਸੀ, ਇੰਗਲੈਂਡ ਕਰਦਾ ਸੀ, ਜਿਹੜਾ ਉਹਨੂੰ ਰੋਕ ਰਿਹਾ ਸੀਗਾ ਜਾ ਕੇ। ਉਹਦੇ ਵਿੱਚ ਕਲੀਅਰ ਗੱਲਾਂ ਉਹਦੀ ਜਾ ਕੇ ਗਿਆ ਵੀ ਅਸੀਂ ਤਾਂ ਉਹ ਰੈਵੋਲੂਸ਼ਨ ਲੜ, ਅਸੀਂ ਇਨਕਲਾਬ, ਆਲਵੇਜ਼ ਇਨਕਲਾਬ ਜ਼ਿੰਦਾਬਾਦ ਦੀ ਗੱਲ ਹੁੰਦੀ ਸੀ ਜੀ। ਕਦੇ ਇੱਦਾਂ ਨਹੀਂ ਸੀ ਹੁੰਦਾ ਵੀ ਭਾਰਤ ਮਾਤਾ ਕੀ ਜੈ ਜਾਂ ਫਲਾਣੇ ਦੀ ਜੈ, ਉਹਨੇ ਕਦੇ ਨਹੀਂ ਕਿਹਾ। ਫਿਰ ਤੁਸੀਂ ਦੇਖੋ, ਜੇ ਹੁਣ ਦੇਖੋ ਧਰਮ ਦਾ ਹੀ ਰੌਲਾ ਪਿਆ ਜਾਵੇ, ਵੈਰੀ ਕਲੀਅਰ ਹੈ। ਉਹਨੇ ਆਰਟੀਕਲ ਲਿਖ ਕੇ ਐਨ ਕਲੀਅਰ ਕਰਤਾ, ਮੈਂ ਨਾਸਤਕ ਕਿਉਂ ਹਾਂ ਯਾਰ, ਕਿਉਂ ਉਹ ਮੈਂ ਵੀ ਪੜਿਆ, ਤੁਸੀਂ ਪੜਿਆ, ਮੇਰਾ ਖਿਆਲ ਬਹੁਤ ਪਪੂਲਰ, ਬਹੁਤ ਲੋਕਾਂ ਨੇ ਪੜ੍ਹਿਆ। ਮੈਂ ਤਾਂ ਇਹ ਗੱਲ ਕਹਿੰਦਾ ਵੀ ਭਗਤ ਸਿੰਘ ਉਹਨਾਂ ਬਾਰੇ ਭੁਲੇਖੇ ਇਸ ਗੱਲ ਦੇ ਬਾਵਜੂਦ ਵੀ, ਕਿਉਂਕਿ ਉਹ ਆਪਣੇ ਸਾਰੇ ਵਿਚਾਰ ਲਿਖ ਕੇ ਛੱਡ ਗਏ ਆ, ਫਿਰ ਵੀ ਇੰਨੇ ਭੁਲੇਖੇ ਪਾਏ ਜਾਂਦੇ ਆ। ਕਿਉਂਕਿ ਜਿੱਦਾਂ ਪੋਲੀਟੀਕਲ ਪਾਰਟੀਆਂ ਨੂੰ ਜਿੱਦਾਂ ਸੂਟ ਕਰਦਾ ਹੈ, ਉੱਦਾਂ ਉਹਨਾਂ ਨੂੰ ਯੂਜ਼ ਕਰੀ ਜਾਂਦੇ ਆ ਵੀ ਜੀ ਇੱਦਾਂ ਹੀ ਅਸੀਂ ਇੱਦਾਂ ਸੀਗੇ, ਇੱਦਾਂ ਸੀਗੇ ਜਾ ਕੇ। ਹੁਣ ਦੇਖੋ,
ਹੀ ਵਾਜ਼ ਏ ਸੋਸ਼ਲਿਜ਼ਮ ਠੀਕ ਆ ਜਾਂ ਗਲਤ ਆ ਮੈਨੂੰ ਨਹੀਂ ਪਤਾ ਨਾ, ਮੈਂ ਕਹਿੰਦਾ ਠੀਕ ਹੈ, ਪਰ ਉਹ socialist ਸੀ। ਬਟ ਉਹ ਸੋਸ਼ਲਿਸਟ ਸੀ। ਹੀ ਵਾ ਇਹ ਉਹਨਾਂ ਦੇ ਵਿਚਾਰ ਸੀਗੇ, ਉਹਨਾਂ ਦੇ ਵਿਚਾਰ ਸਹੀ ਜੇ ਜਾਂ ਗਲਤ ਸੇ, ਮੇਰਾ ਇਹਨਾਂ ਕੋਈ ਸਰੋਕਾਰ ਨਹੀਂ। ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਇਸ ਭੁਲੇਖੇ ਵਿੱਚ ਨਾ ਕੋਈ ਰਹੇ ਜਾ ਕੇ ਵੀ ਉਹ ਹਿੰਦੂ ਸੀ ਜਾਂ ਸਿੱਖ ਸੀ ਜਾਂ ਦੇਸ਼ ਭਗਤ ਸੀ। ਉਹਦਾ ਆਲਮੀ ਇਨਕਲਾਬ ਦਾ ਬੰਦਾ ਸੀ ਜਾ ਕੇ, ਜਿਹੜਾ ਦੁਨੀਆ ਦੇ ਪ੍ਰੋਲੋਟੇਰੀਏਟ ਕੀ ਹੁੰਦੀ ਹੈ, ਕੰਮ ਕਰਨ ਵਾਲੇ ਮਜ਼ਦੂਰ, ਜਿਹੜੇ ਹੇਠਲੇ ਤਬਕੇ ਦੇ, ਉਹਨਾਂ ਨੂੰ ਆਜ਼ਾਦ ਕਰਾ ਕੇ ਸਾਮਰਾਜ ਨੂੰ ਖਤਮ ਕਰਨ ਦੇ ਲਈ ਸਾਰੀ ਜਿਹੜੀ ਲੜਾਈ ਉਹਨੇ ਲੜੀ ਹੈ ਜਾ ਕੇ। ਔਰ ਇਹ ਹਿੰਦੁਸਤਾਨ ਦੇ ਵਿੱਚ ਕਿਉਂਕਿ ਅੰਗਰੇਜ਼ ਉਹ ਤੁਹਾਨੂੰ ਪ੍ਰਤੀਨਿਧ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਸੀ ਸਾਮਰਾਜ ਦੀ ਉਸ ਵੇਲੇ ਜਾ ਕੇ, ਇਸ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਜ਼ਰੂਰੀ ਹੈ। ਬਾਕੀ ਜੇ ਤੁਸੀਂ ਕਹੋ ਵੀ ਉਹ ਬਾਕੀਆਂ ਦੇ ਨਾਲ ਰਲ ਕੇ ਕੀਤਾ ਉਹਨੇ ਜਾ ਕੇ, ਆਰੀਆ ਸਮਾਜ ਦੇ ਮੰਦਰਾਂ 'ਚ ਸ਼ਰਨ ਵੀ ਲਈ ਉਹਨੇ ਜਾ ਕੇ, ਠੀਕ ਹੈ ਨਾ, ਉਹਦੇ ਵਿੱਚ ਜਾ ਕੇ ਉਹ ਕੀਤਾ। ਹੁਣ ਜਿੱਦਾਂ ਤੁਸੀਂ ਦੇਖੋ ਪਿੱਛੇ ਜਿਹਾ ਕਿਸਾਨ ਮੂਵਮੈਂਟ ਵੀ ਚੱਲੀ ਹੈ, ਸਾਰੀ ਕਿਸਮ ਦੇ ਬੰਦੇ ਇਹਦੇ ਵਿੱਚ ਸੀਗੇ ਜਾ ਕੇ, ਉਹਦੇ ਵਿੱਚ ਲੈਫਟਿਸਟ ਵੀ ਸੀਗੇ, ਉਹਦੇ ਵਿੱਚ ਧਾਰਮਿਕ ਬੰਦੇ ਵੀ ਸੀਗੇ, ਉਹਦੇ ਦੂਜੇ ਵਿੱਚ ਸੀਗੇ, ਉਹ ਸਾਰੇ ਕੰਮ ਚੱਲਦੇ ਆ। ਤਿੰਨ ਸਾਹਿਬ ਮੈਂ ਇੱਕ ਉਹਨਾਂ ਦਾ ਇੱਕ ਉਹਨਾਂ ਦਾ ਲੈਟਰ ਪੜ੍ਹਿਆ, ਜਿਹੜਾ ਲਾਸਟ ਲੈਟਰ ਸੀ। ਕਈ ਵਾਰ ਮੈਨੂੰ ਆਉਂਦਾ ਜਾ ਕੇ ਜੀ ਵੀ ਕਮਾਲ ਦਾ ਬੰਦਾ ਸੀ, ਕਮਾਲ ਦਾ ਬੰਦਾ ਸੀ। ਔਰ 23 ਸਾਲ ਦੀ ਉਮਰ 23 ਸਾਲ ਦੀ ਉਮਰ ਦੇ ਵਿੱਚ ਇੰਨੇ ਜਿਹੜੇ ਪੱਕੇ ਵਿਚਾਰ, ਤਾਂ ਉਹ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਕਿਉਂਕਿ ਨਾਂ ਬੜਾ ਸੀ, ਪਰ ਜਦ ਪੱਕੇ ਵਿਚਾਰ ਉਹ 'ਚ ਪਤਾ ਕੀ ਲਿਖਦੇ ਲੈਟਰ 'ਚ, ਉਹ ਕਹਿੰਦੇ ਆ ਵੀ ਇਹ ਮੇਰਾ ਜਿਹੜਾ ਹੈਗਾ ਆ ਇਹ ਮਰਨਾ ਠੀਕ ਆ ਹੁਣ, ਕਿਉਂਕਿ ਇਹ ਮਰਨ ਦੇ ਨਾਲ ਮੈਂ ਕਹਿੰਦੇ ਇਸ ਵੇਲੇ ਹੁਣ ਇਹ ਹਿੰਦੁਸਤਾਨ 'ਚ ਹਾਲ ਹੋਇਆ ਆ ਵੀ ਮਾਵਾਂ ਆਪਣੇ ਬੱਚਿਆਂ ਨੂੰ ਭਗਤ ਸਿੰਘ ਦੇ ਨਾਂ ਤੋਂ ਇੰਸਪਾਇਰ ਕਰ ਰਹੀਆਂ। ਦੇਸ਼ ਦੇ ਕੋਨੇ ਵਿੱਚ ਕਹਿੰਦੇ ਮੇਰਾ ਨਾਂ ਇਸ ਵੇਲੇ ਹੋਇਆ ਆ, ਲੋਕ ਕਹਿੰਦੇ ਆ ਵੀ ਇਹ ਭਗਤ ਸਿੰਘ ਆਇਆ ਇਹ, ਉਹ ਕਹਿੰਦੇ ਮੇਰੀ ਹੁਣ ਸ਼ਹੀਦੀ ਠੀਕ ਆ। ਜੇ ਉਹ ਕਹਿੰਦੇ ਮੇਰੀ ਸ਼ਹੀਦੀ ਨਾ ਹੋਈ ਤੇ ਕੋਈ ਫਿਕਰ ਆਈ, ਕਹਿੰਦੇ ਆ ਜੇ ਮੈਂ ਕਹਿੰਦੇ ਜਿੰਦਾ ਰਹਿ ਗਿਆ ਨਾ ਤਾਂ ਫਿਰ ਮੇਰੀਆਂ ਕਮਜ਼ੋਰੀਆਂ ਮੋਰੇ ਆਉਣ ਲੱਗ ਪੈਣੀਆਂ ਲੋਕਾਂ ਦੇ ਨਾਲ। ਉਹ ਲਿਖਦੇ ਆ ਇਹ ਨਾ ਕੰਸੀਡਰ ਕਰਿਓ ਵੀ ਮੈਂ ਮਰਨੋਂ ਡਰਦਾ ਨਹੀਂ ਹੈ, ਡਰ ਮੈਨੂੰ ਵੀ ਲੱਗਦਾ ਮੌਤ ਦਾ ਕਹਿੰਦੇ, ਪਰ ਮੈਨੂੰ ਲੱਗਦਾ ਵੀ ਮੇਰੀ ਜੇ ਮੈਂ ਨਾ ਮਰਾਂ ਤਾਂ ਇਹਦਾ ਨੁਕਸਾਨ ਹੋਣਾ ਉਸ ਮੂਵਮੈਂਟ ਨੂੰ, ਫਾਇਦਾ ਤਾਂ ਹੋਣਾ ਜੇ ਹੁਣ ਮੈਂ ਮਰਾਂ। ਇਸ ਗੱਲ ਦੀ ਕਿੰਨੀ ਮੈਚਿਓਰਿਟੀ ਹੈ ਦੇਖੋ। ਉਸ ਵੇਲੇ ਸਭ ਤੋਂ ਵੱਧ ਜਿਹੜੀ ਇਨਕਲਾਬੀਆਂ ਨੂੰ ਇੰਸਪਾਇਰ ਕੀਤਾ ਉਹ ਕੀਤਾ ਰਸ਼ੀਅਨ ਰੈਵੋਲੂਸ਼ਨ, ਜ਼ਿਆਦਾ ਇੰਸਪਾਇਰ ਕੀਤਾ ਲੈਨਨ ਨੇ। ਭਗਤ ਸਿੰਘ ਉਹਨਾਂ ਨੂੰ ਮਾਰਕਸ ਨੇ ਵੀ ਕੀਤਾ ਕਿਉਂਕਿ ਉਹਨੇ ਪੜ੍ਹਿਆ ਬੱਚੇ, ਮਾਰਕਸ ਨਾਲੋਂ ਜ਼ਿਆਦਾ ਪਰ ਲੈਨਨ ਤੇ ਜ਼ਿਆਦਾ ਉਹਨਾਂ ਨੂੰ ਇੰਸਪਾਇਰ ਕੀਤਾ ਜਾ ਕੇ, ਜਿਹਨ ਪ੍ਰੈਕਟੀਕਲ ਰੂਪ ਦਿੱਤਾ ਉਸ ਇਨਕਲਾਬ ਨੂੰ ਜਾ ਕੇ। ਔਰ ਉਹਦੇ ਵਿੱਚ ਤੁਸੀਂ ਦੇਖੋ ਲਾਸਟ ਦੇ ਵਿੱਚ ਉਹ ਜਿਹੜੀ ਆਖਰੀ ਕਿਤਾਬ ਸੀ ਉਹ ਰੈਮਿਨਸੈਂਸ ਆਫ ਲੈਨਨ ਸੀ ਉਹਦਾ ਨਾਮ, ਜਿਹੜੀ ਕਿ ਉਹ ਪੜ੍ਹ ਰਹੇ ਸੀ ਜਦ ਉਹਨੂੰ ਫਾਂਸੀ ਹੋ ਗਈ ਔਰ ਜਦ ਦੱਸਤਾ ਗਿਆ। ਹਾਂ ਅੱਛਾ ਤੁਸੀਂ ਦੇਖੋ ਉਹ ਉਸ ਬੰਦੇ ਦੀ ਥਿੰਨ ਸਾਹਿਬ ਜਦੋਂ ਉਹ ਪੁੱਛਦੇ ਆ ਵੀ ਤੇਰੀ ਲਾਸਟ ਡਿਜ਼ਾਇਰ ਕੀ ਹੈ, ਉਹ ਕਹਿੰਦੇ ਲਾਸਟ ਡਿਜ਼ਾਇਰ ਮੇਰੀ ਇਹ ਆ ਵੀ ਇਹ ਫਾਂਸੀ ਤੋਂ ਪਹਿਲਾਂ ਮੈਂ ਇਹ ਪੂਰੀ ਮੁਕੰਮਲ ਕਰ ਲਵਾਂ। ਅੱਛਾ ਜਦ ਮੈਂ ਇਹ ਗੱਲ ਪੜ੍ਹੀ ਮੈਨੂੰ ਫਿਰ ਚੇਤਾ ਆ ਗਿਆ, ਮੈਂ ਕਿਹਾ ਵੀ ਆਪਾਂ ਕਹਿੰਦੇ ਆ ਉਹਨੂੰ ਸੋਕਰੇਟਸ ਨੂੰ ਵੀ ਸੋਕਰੇਟਸ ਵਾਈਜ਼ੈਸਟ ਆਦਮੀ ਆਪਣੀ ਜਿਹੜਾ ਸੀ ਔਰ ਮਹਾਨ ਆਦਮੀ ਹੋਇਆ, ਉਹ ਸੋਕਰੇਟਸ ਦੀ ਵੀ ਗੱਲ ਇਹੀ ਹੈ ਤਕਰੀਬਨ। ਉਹ ਸੋਕਰੇਟਸ ਕੋ ਬੰਦਾ ਇੱਕ ਆਇਆ, ਉਹਨੇ ਇੱਕ ਸ਼ੇਰ ਪੜ੍ਹ ਕੇ ਉਹਨੂੰ ਸੁਣਾਇਆ ਜੀ, ਤੇ ਸੋਕਰੇਟ ਕਹਿੰਦਾ ਵੀ ਸ਼ੇਰ ਬੜਾ ਵਧੀਆ ਹੈ, ਤਾਂ ਤੂੰ ਮੈਨੂੰ ਲਿਖ ਕੇ ਦੇ ਦੇ, ਇਹ ਮੈਂ ਚੇਤੇ ਕਰਨਾ। ਉਹ ਬੰਦਾ ਕਹਿੰਦਾ ਵੀ ਪਰਸੋਂ ਨੂੰ ਤਾਂ ਮਰ ਜਾਣਾ, ਪਰਸੋਂ ਤੈਂ ਇਹ ਚੇਤੇ ਕਰਕੇ ਕੀ ਲੈਣਾ, ਤੈਨੂੰ ਜ਼ਹਿਰ ਦਾ ਪਿਆਲਾ ਦੇ ਦੇਣਾ, ਤੈਨੂੰ ਪਰਸੋਂ ਤਾਂ ਤੈਨੂੰ ਜ਼ਹਿਰ ਦਾ ਪਿਆਲਾ ਪਿਲਾ ਦੇਣਾ ਤੇਰੀ ਜਿੱਦਾਂ ਫਾਂਸੀ ਸੀ, ਵੀ ਤੈਂ ਇਹ ਚੇਤੇ ਕਰਕੇ ਕੀ ਲੈਣਾ। ਤਾਂ ਸੋਕਰੇਟਸ ਦਾ ਜਵਾਬ ਸੀ ਮੈਂ ਪਰਸੋਂ ਨੂੰ ਅੱਜ ਨਾਲੋਂ ਨੌਲੇਜੇਬਲ ਹੋ ਕੇ ਮਰਨਾ ਚਾਹੁੰਦਾ, ਮੈਂ ਚਾਹੁੰਦਾ। ਦੇਖੋ ਇਹੀ ਗੱਲ ਉਹ ਆ, ਦੇਖੋ ਉਹ ਬੰਦੇ ਨੇ ਮਰ ਜਾਣਾ ਜਾ ਕੇ, ਫਾਂਸੀ ਦੇ 2 ਦਿਨ ਰਹਿ ਗਏ ਆ, ਪਰ ਉਹ ਫਿਰ ਵੀ ਕਹਿੰਦਾ ਮੈਂ ਕੰਪਲੀਟ ਕਰ ਲਵਾਂ, ਇਹ ਪੁਸਤਕ ਸਾਰੀ ਪੜ੍ਹਨੀ ਚਾਹੁੰਦਾ, ਪੁਸਤਕ ਮੈਂ ਪੜ੍ਹਨੀ ਚਾਹੁੰਦਾ। ਇਹ ਹੁਣ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਉੱਦਾਂ ਕਹਿ ਤਾਂ ਲਈਏ ਵੀ, ਪਰ ਇਹ ਆਮ ਬੰਦੇ ਦੇ ਮੂੰਹੋਂ ਨਹੀਂ ਨਿਕਲ ਸਕਦੀਆਂ। ਹੁਣ ਜਿਹੜਾ ਸਿਸਟਮ ਹੈ ਇੰਡੀਆ ਦੇ ਵਿੱਚ, ਉਹਨਾਂ ਨੂੰ ਫਾਇਦਾ ਇਸ ਗੱਲ ਦੇ ਵਿੱਚ ਹੁੰਦਾ ਜਾ ਕੇ ਵੀ ਉਹਨਾਂ ਨੂੰ ਇੱਕ ਬਹੁਤ ਇੱਦਾਂ ਦੇਸ਼ ਭਗਤ ਦੇ ਤੌਰ 'ਤੇ ਇੱਦਾਂ ਪੇਸ਼ ਕਰਕੇ ਫਿਰ ਸਾਨੂੰ ਫਾਇਦਾ ਹੁੰਦਾ। ਕੋਈ ਕਹਿੰਦੇ ਹੈਗੇ ਜਾ ਕੇ ਜੀ ਵੀ ਸਾਨੂੰ ਇੱਕ ਧਰਮ ਦੇ ਬੰਦੇ ਨੂੰ ਪੇਸ਼ ਕਰਕੇ ਫਾਇਦਾ, ਫੋਟੋਆਂ ਉਸ ਹਿਸਾਬ ਨਾਲ ਬਣਾ ਕੇ ਪੇਸ਼ ਕਰੀ ਜਾਂਦੇ ਜਿਹਨਾਂ ਨੂੰ ਸੂਟ ਕਰਦੀ ਜਾ ਕੇ। ਹੁਣ ਦੇਖਿਆ ਜਾਵੇ ਤਾਂ ਭਗਤ ਸਿੰਘ ਦੀਆਂ ਕਹਿੰਦੇ ਆ ਵੀ ਸਿਰਫ ਓਰੀਜਨਲੀ ਉਹਨਾਂ ਦੀਆਂ 4 ਫੋਟੋਆਂ ਅਵੇਲੇਬਲ ਆ, ਅੱਛਾ ਸਿਰਫ 4 ਅਵੇਲੇਬਲ ਆ ਔਰ ਬਲੈਕ ਐਂਡ ਵਾਈਟ 'ਚ। ਇੱਕ ਤਾਂ ਮੰਜੇ ਤੇ ਬੈਠੇ, ਇੱਕ ਮੰਜੇ ਤੇ ਬੈਠਿਆਂ ਦੀ ਜਿਹਦੇ ਵਿੱਚ ਸਿਰ ਤੇ ਪੱਗ ਹੈ ਨਹੀਂ, ਇੱਕ ਹੈਗੀ ਆ ਪੱਗ ਵਾਲੀ ਫੋਟੋ ਜਾ ਕੇ, ਇੱਕ ਹੈਗੀ ਆ ਹੈਟ ਵਾਲੀ ਫੋਟੋ ਜਾ ਕੇ, ਇੱਕ ਛੋਟੇ ਬੱਚੇ ਵਾਲੀ ਪੱਗ ਫੋਟੋ। ਬਾਕੀ ਸਰ ਬਣਾਈਆਂ, ਬਾਕੀ ਸਭ ਬਣਾਈਆਂ, ਕਿਤੇ ਕੋਈ ਕੇਸਰੀ ਰੰਗ ਨਹੀਂ ਹੈ, ਕਿਤੇ ਕੋਈ ਬਸੰਤੀ ਰੰਗ ਨਹੀਂ ਹੈ, ਕਿਤੇ ਕੁਛ ਨਹੀਂ ਹੈ ਜਾ ਕੇ, ਹੱਥ 'ਚ ਪਿਸਤੌਲ ਫੜ ਕੇ ਕਦੇ ਕੁਛ ਬਣਾ ਦਿੰਦੇ ਆ, ਕਦੇ ਕੁਛ ਬਣਾ ਦਿੰਦੇ ਆ ਜਾ ਕੇ। ਔਰ ਉਹ ਬਣਾਉਂਦੇ ਉਸ ਬੰਦੇ ਨੂੰ ਆ ਜਿਹਨੇ ਸਭ ਕੁਝ ਲਿਖ ਕੇ ਰੱਖ ਦਿੱਤਾ
ਵੀ ਆ ਹੈਗਾ। ਮੈਂ ਇੱਕ ਆਰਟੀਕਲ ਪੜ੍ਹਿਆ ਜੀ, ਉਹ ਐਨ ਲਿਖ ਰਹੇ ਆ ਜਾ ਕੇ ਜੀ ਵੀ ਇਹ ਤਾਂ ਹਿੰਦੂ ਪਰਿਵਾਰ ਸੀਗਾ, ਆਰੀਆ ਸਮਾਜ ਪਰਿਵਾਰ ਸੀਗਾ, ਤੇ ਪਰਿਵਾਰ ਆਰੀਆ ਸਮਾਜ ਸੀਗਾ ਹੋਵੇ, ਇਹ 'ਚ ਡਾਊਟ ਵਾਲੀ ਕੁਛ ਨਹੀਂ ਗੱਲ ਹੈ। ਉਸ ਵੇਲੇ ਵੀ ਲੋਕਾਂ ਨੇ ਕੇਸ ਰੱਖੇ ਸੀਗੇ, ਪਰ ਫਿਰ ਵੀ ਧਰਮ ਬਦਲਣ ਸੇ। ਦੇਖੋ ਮੈਨੂੰ ਕੱਲ ਰਾਤੀ ਮੈਨੂੰ ਕਿ ਮੇਰੇ ਵਾਈਫ ਮੈਨੂੰ ਕਹਿੰਦੇ ਆ ਕਿ ਉਹ ਜੱਟ ਸੀ। ਮੈਂ ਕਿਹਾ ਦੇਖੋ ਇਹ ਜੱਟ ਤਾਂ ਸੀ, ਸੰਧੂ ਸੀ, ਜੱਟ ਤਾਂ ਸੀ। ਮੈਂ ਕਿਹਾ ਜੱਟ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਜੱਟ, ਜਿਹੜੀ ਤੁਹਾਡੀ ਕਾਸਟ ਆ, ਇਹ ਬਾਈ ਬਰਥ ਆ, ਉਹ ਡਿਨਾਈ ਨਹੀਂ ਕਰ ਸਕਦੇ ਸੀ ਇਸ ਗੱਲ ਤੋਂ। ਇਸ ਗੱਲ ਤੋਂ ਤੁਸੀਂ ਡਿਨਾਈ ਨਹੀਂ ਕਰ ਸਕਦੇ ਹੈ। ਪਰ ਜਿਹੜਾ ਤੁਹਾਡਾ, ਤੁਸੀਂ ਹਿੰਦੂ ਤੁਸੀਂ ਸਿੱਖ ਬਣਨਾ, ਮੁਸਲਮਾਨ ਬਣਨਾ, ਈਸਾਈ ਬਣਨਾ, ਇਹ ਤੁਹਾਡੀ ਆਪਸ਼ਨ ਹੈ। ਉਹ ਵਿਕਾਸ ਕਰਕੇ ਕਿਸ ਕਿਸਮ ਦੇ ਮਨੁੱਖ ਬਣੇ, ਕਿਸ ਕਿਸਮ ਦੇ ਮਨੁੱਖ ਬਣੇ, ਉਹ ਇਹ ਇਨਸਾਨ ਇੱਕ ਕਿਸ ਕਿਸਮ ਦੇ ਬਣੇ। ਧਰਮ ਵੱਲ ਤਾਂ ਗਏ ਹੀ ਨਹੀਂ ਜੀ, ਹੋ ਗਏ ਧਰਮ ਦਾ ਤਾਂ ਉਹ ਗੱਲੇ ਕਲੀਅਰ ਕਰ ਦਿੱਤੀ ਉਹਨੇ ਉਸ ਆਰਟੀਕਲ ਦੇ ਵਿੱਚ ਵੀ ਵਾਈ ਆਈ ਐਮ ਐਨ ਏਥੀਸਟ। ਪਰ ਇਹ ਤਾਂ ਗੱਲ ਤੁਸੀਂ ਮੰਨਦੇ ਹੋ ਨਾ ਕਿ ਹਥਿਆਰਬੰਦ ਇਨਕਲਾਬ ਦੇ ਵਿੱਚ ਵਿਸ਼ਵਾਸ ਸੀ ਉਹਨਾਂ ਦਾ। ਦੇਖੋ ਇਹਦੇ ਵਿੱਚ ਵੀ ਉਹਨੇ ਵਾਇਲੈਂਸ ਦੇ ਬਹੁਤਾ ਹੱਕ 'ਚ ਨਹੀਂ ਲਿਖਿਆ ਹੈ। ਉਹਨੇ ਮਜਬੂਰੀ ਜ਼ਾਹਰ ਕੀਤੀ ਹੈ ਆਪਣੇ ਉਸ ਵੇਲੇ, ਵੀ ਮਜਬੂਰੀ ਦੇ ਨਾਲ ਗੱਲ ਹੋ ਰਹੀ ਆ, ਪਰ ਇਹ ਵਾਇਲੈਂਸ ਦੇ ਵਿੱਚ ਬਹੁਤਾ ਯਕੀਨ ਨਹੀਂ ਉਹਨਾਂ ਦਾ ਬੰਦੇ ਮਾਰਨ ਦੇ ਵਿੱਚ, ਪਰ ਮਜਬੂਰੀ ਜ਼ਾਹਰ ਕੀਤੀ ਆ। ਦੇਖੋ ਤਿੰਨ ਸਾਹਿਬ, ਹਰ ਬੰਦੇ ਨੂੰ ਜਦੋਂ ਆਪਾਂ ਪਰਖਦੇ ਹਾਂ, ਮੈਂ ਅੱਗੇ ਵੀ ਕਈ ਵਾਰ ਕਿਹਾ, ਜਦੋਂ ਵੀ ਆਪਾਂ ਕਿਸੇ ਬੰਦੇ ਨੂੰ ਪਰਖਣਾ ਆ ਤਾਂ ਉਹਨੂੰ ਉਹਦੇ ਟਾਈਮ ਦੇ ਵਿੱਚ ਰੱਖ ਕੇ ਆਪਾਂ ਪਰਖੀਏ ਜਾ ਕੇ। ਠੀਕ ਹੈ, ਉਹ ਪਰਿਸਥਿਤੀਆਂ ਕਿੱਦਾਂ ਦੀਆਂ ਸੀਗੀਆਂ। ਹੁਣ ਇੱਥੇ ਹਥਿਆਰ ਚੱਕਣ ਦੀ ਲੋੜ ਨਹੀਂ ਹੈ ਇੱਥੇ, ਹਥਿਆਰ ਕਿਉਂਕਿ ਇੱਥੇ ਪਰਿਸਥਿਤੀਆਂ ਨਹੀਂ ਉੱਦਾਂ ਦੀਆਂ ਹੈ। ਜਿਹੜੀਆਂ ਪਰਿਸਥਿਤੀਆਂ 'ਚ ਉਹ ਗੁਜ਼ਰ ਰਹੇ ਸੀ ਉਸ ਵੇਲੇ, ਜਾਂ ਜਿਨ੍ਹਾਂ ਪਰਿਸਥਿਤੀਆਂ ਵਿੱਚ 10ਵੇਂ ਗੁਰੂ ਸਾਹਿਬ ਗੁਜ਼ਰ ਰਹੇ ਸੀ, ਉਹਨਾਂ ਦੇ ਵਿੱਚ ਤੁਸੀਂ ਕਹੋ ਵੀ ਜਾ ਕੇ ਸ਼ਾਂਤੀ ਦਾ ਸੁਨੇਹਾ ਲੈ ਕੇ ਜਾਓ, ਉਹ ਨਹੀਂ ਸੀ ਆਉਣਾ, ਕਿਉਂਕਿ ਪਰਿਸਥਿਤੀਆਂ ਉੱਦਾਂ ਦੀਆਂ ਸੀਗੀਆਂ। ਚੂੰਕਾਰ ਅਜ਼ੁਮੇ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਬੁਰਦਨ ਬਸ਼ਮਸ਼ੀਰ ਦਾ, ਜਦੋਂ ਹੀਲੇ ਸਭ ਹੋਣ ਬੇਕਾਰ, ਚੁੱਕ ਲੈਣੀ ਜਾਇਜ਼ ਉਦੋਂ ਤਲਵਾਰ, ਜਦੋਂ ਸਭ ਹੋਣ ਬੇਕਾਰ। ਇੱਥੇ ਇੱਦਾਂ ਹੈ ਨਹੀਂ ਜਾ ਕੇ। ਸੋ ਇਹ ਕਹਿਣਾ ਜਾ ਕੇ ਵੀ ਉਹਨਾਂ ਨੇ ਹਥਿਆਰਬੰਦ ਕੀਤੀ ਆ, ਹੁਣ ਹਥਿਆਰਬੰਦ ਨਹੀਂ ਹੈ ਜਾ ਕੇ, ਇਹ ਉਹ ਬੇਇਨਸਾਫੀ ਹੋਊਗੀ ਉਹਨਾਂ ਬੰਦਿਆਂ ਦੇ ਨਾਲ, ਜੇ ਉਹਨਾਂ ਨੂੰ ਉਸ ਬੰਦਿਆਂ ਨੂੰ ਅੱਜ ਦੇ ਹਿਸਾਬ ਨਾਲ ਪਰਖੇ ਜਾ ਕੇ, ਇੱਥੇ ਦੇ ਬੰਦਿਆਂ ਦੇ ਨਾਲ ਪਰਖੇ ਜਾ ਕੇ। ਹੁਣ ਈਵਨ ਜੇ ਆਪਾਂ ਅਫਗਾਨਿਸਤਾਨ 'ਚ ਜੋ ਕੁਛ ਹੋ ਰਿਹਾ ਉਹਨੂੰ ਕੈਨੇਡਾ ਦੇ ਹਿਸਾਬ ਨਾਲ ਪਰਖੀਏ ਤਾਂ ਅਸੀਂ ਸਹੀ ਐਨਾਲਿਸਿਸ ਨਹੀਂ ਕਰ ਸਕਾਂਗੇ ਉਹਦਾ ਜਾ ਕੇ, ਕਿਉਂਕਿ ਉਹਨਾਂ ਦੀਆਂ ਪਰਿਸਥਿਤੀਆਂ ਹੋਰ ਤਰ੍ਹਾਂ ਦੀਆਂ ਜਾ। ਅੱਛਾ, ਵੈਸੇ ਇੱਕ ਗੱਲ ਹੋਰ ਜਿਹੜੀ ਇੰਪੋਰਟੈਂਟ ਆ, ਉਹ ਇਹ ਆ ਕਿ ਉਹਨਾਂ ਦੇ ਜਿਹੜੇ ਸਾਥੀ ਰਾਜਗੁਰੂ ਤੇ ਸੁਖਦੇਵ ਸੀ, ਉਹਨਾਂ ਦੀ ਵੀ ਓਨੀ ਹੀ ਕੁਰਬਾਨੀ ਆ, ਔਰ ਫਿਲਾਸਫੀ ਜਿਹੜੀ ਸੀ ਉਹ ਭਗਤ ਸਿੰਘ ਦੀ ਫਿਲਾਸਫੀ ਤੋਂ ਹੀ ਪ੍ਰਭਾਵਿਤ ਸਨ। ਉਹਨਾਂ ਦਾ ਨਾਂ ਕਈ ਵਾਰੀ ਬਹੁਤ ਘੱਟ ਆਉਂਦਾ, ਲੇਕਿਨ ਉਹਨਾਂ ਬਾਰੇ ਜਾਣਕਾਰੀ ਹੈ ਕਿ ਉਹ ਕਿਸ ਫਿਲਾਸਫੀ ਦੇ ਸੀ, ਕੀ ਉਹ ਹੂਬਹੂ ਉਸੇ ਵਿਚਾਰਧਾਰਾ ਦੇ ਵਿਅਕਤੀ ਸੀ ਦੋਨੇ ਜਣੇ? ਸਿੰਘ ਸਾਹਿਬ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਦੋਏ ਬੰਦੇ ਉਸੇ ਵਿਚਾਰਧਾਰਾ ਦੇ ਸੀ, ਬਿਲਕੁਲ। ਔਰ ਇਕੱਲੇ ਉਹੀ ਦੋਏ ਬੰਦੇ ਨਹੀਂ ਸੀ ਹੈ, ਉਹ ਜਿੰਨੇ ਵੀ ਬੰਦੇ ਸੀਗੇ ਜਿਹੜੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬੰਦੇ ਸੀਗੇ ਜਾ ਕੇ, ਉਹ ਸਾਰੇ ਹੀ ਇਸ ਵਿਚਾਰਧਾਰਾ ਦੇ ਸੀ। ਅੱਛਾ, ਹੁਣ ਫਿਰ ਉਹੀ ਦੇਖੋ, ਆਰਗੇਨਾਈਜੇਸ਼ਨ ਦਾ ਨਾਮ ਵੀ ਕੀ ਸੀ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਕਲੀਅਰ ਸੀ, ਉਹਦੇ ਉਹ ਆਰਗੇਨਾਈਜੇਸ਼ਨ ਬਣਾਈ ਜਿਹਦੇ ਤੇ ਕੰਮ ਕੀਤਾ ਜਾ ਕੇ। ਹੁਣ ਜਿਹੜੀ ਤੁਸੀਂ ਆਹ ਗੱਲ ਕੀਤੀ ਆ, ਉਹਨਾਂ ਦੀ 19 ਕੁਰਬਾਨੀ ਸੀਗੀ, ਪਰ ਤੁਸੀਂ ਕਹਿੰਦੇ ਉਹਨਾਂ ਦਾ ਉਹਨਾਂ ਨਾਂ ਨਹੀਂ ਹੋਇਆ। ਨਾਂ ਆਉਂਦਾ ਨਹੀਂ, ਕਿਉਂਕਿ ਕਈ ਲੋਕ ਉਹਨਾਂ ਨੂੰ ਚੇਤੇ ਨਹੀਂ ਕਰਦੇ। ਉਹਨਾਂ ਨੂੰ ਚੇਤੇ ਜਿਹੜਾ ਘੱਟ ਕਰਨ ਦਾ ਕਾਰਨ ਹੈ ਨਾ ਜੀ, ਉਹ ਕਾਰਨ ਇਹ ਆ ਵੀ ਇੱਕ ਤਾਂ ਜਿਹੜੀ ਉਸ ਵੇਲੇ ਫਾਂਸੀ ਤੋਂ ਪਹਿਲਾਂ ਜਾ ਕੇ ਭਗਤ ਸਿੰਘ ਦਾ ਜਿਹੜਾ ਨਾਂ ਸਾਰੇ ਕੰਟਰੀ ਦੇ ਵਿੱਚ ਬਹੁਤ ਫੈਲ ਗਿਆ ਸੀ ਜੀ। ਇੱਕ ਜਿਹੜਾ ਲਿਖਤੀ ਰੂਪ ਦੇ ਵਿੱਚ ਫਲਸਫਾ ਦਿੱਤਾ, ਉਹ ਨਹੀਂ ਦਿੱਤਾ ਸਾਰਾ ਜੀ ਭਗਤ ਸਿੰਘ ਨੇ। ਹਾਂ, ਇੱਕ ਉਹ ਜਿਹੜੀਆਂ ਕੋਰਟ ਦੇ ਵਿੱਚ ਅਪੀਅਰੈਂਸਿਸ ਦੇ ਵਿੱਚ ਉਹਨਾਂ ਦੇ ਆ ਕੇ ਅਪੀਅਰੈਂਸਿਸ ਜਿਹੜੀਆਂ ਹੈਗੀਆਂ ਉਹ ਭਗਤ ਸਿੰਘ ਦੀਆਂ ਹੁੰਦੀਆਂ ਜਾ ਕੇ, ਜਿਹੜੇ ਸੀ ਇੰਟੈਲੀਜੈਂਸ ਉਹਨਾਂ ਸਾਰਿਆਂ 'ਚ ਉਹ ਸੀ। ਲਿਖਤੀ ਰੂਪ ਵਿੱਚ ਵੀ ਉਹੀ ਜਾ ਰਹੇ ਸੀਗੇ, ਮਿਲਦੇ ਗਿਲਦੇ ਵੀ ਮੀਟਿੰਗਾਂ ਵੀ ਉਹੀ ਕਰਦੇ ਸੀ। ਸੋ ਇਸ ਕਰਕੇ ਉਹਨਾਂ ਦਾ ਉਹਨੇ ਆਪਣੇ ਵਿਚਾਰਾਂ ਨੂੰ ਜਿਹੜਾ ਲਿਖਤੀ ਰੂਪ ਦਿੱਤਾ ਉਹ ਭਗਤ ਸਿੰਘ ਨੂੰ ਨਹੀਂ ਦਿੱਤਾ। ਇਸ ਕਰਕੇ ਮੇਰੇ ਖਿਆਲ 'ਚ ਲੀਡਰਸ਼ਿਪ ਰੋਲ ਉਹਨਾਂ ਦਾ ਸੀਗਾ। ਬਾਕੀ ਜਿੱਥੇ ਤੱਕ ਆਪਣੀ ਜਾਨ ਦੇ ਦੇਣੀ, ਜਾਨ ਤਾਂ ਉਹਨੇ ਵੀ ਉੱਦਾਂ ਦੀ ਦਿੱਤੀ ਹੈ ਜਿੱਦਾਂ ਦੀ ਹੈਗੀ, ਔਰ ਉਹੀ ਕੁਛ ਹੋ ਰਿਹਾ ਸੀ। ਸੋਸ਼ਲਿਸਟ ਵਿਊ ਤੇ ਇਨਕਲਾਬੀ ਵਿਊ ਜਿਹੜੇ ਸੀਗੇ ਉਹ ਉਹਨਾਂ ਦੇ ਸੀਗੇ ਜਾ ਕੇ। ਬਾਰ-ਬਾਰ ਇਹ ਕਹੀ ਜਾਣਾ ਜਿਹੜਾ ਹੈਗਾ ਜੀ ਵੀ ਉਹ ਭਾਰਤ ਮਾਤਾ ਦੇ ਫਲਾਣੇ ਦੇ ਕਰਦੇ, ਇੱਦਾਂ ਗੱਲ ਹੈ ਨਹੀਂ ਹੈ। ਅੰਗਰੇਜ਼ਾਂ ਦੇ ਨਾਲ ਲੜਾਈ ਇਸ ਗੱਲ ਕਰਕੇ ਹੋ ਰਹੀ ਸੀ ਕਿਉਂਕਿ ਅੰਗਰੇਜ਼ ਸਾਮਰਾਜ ਦਾ ਇੱਕ ਬੜਾ ਹਿੱਸਾ ਸੀ ਔਰ ਸਾਮਰਾਜ ਦੀ ਰਿਪਰੈਜ਼ੈਂਟੇਸ਼ਨ ਇੰਡੀਆ 'ਚ ਕਰਦੇ ਸੀ। ਉਨੀ ਦੇਰ ਤੱਕ ਆਲਮੀ ਇਨਕਲਾਬ ਨਹੀਂ ਆ ਸਕਦਾ ਸੀ ਜਿੰਨੀ ਦੇਰ ਤੱਕ ਤੁਸੀਂ ਸਾਮਰਾਜੀ ਸ਼ਕਤੀਆਂ ਨੂੰ ਮਾਰ ਨਹੀਂ ਦਿੰਦੇ ਜਾ ਕੇ। ਸੋ ਲੜਾਈ ਉਸ ਵੇਲੇ ਸਾਮਰਾਜੀ ਸ਼ਕਤੀਆਂ ਦੇ ਖਿਲਾਫ ਸੀਗਾ, ਗੋਰੇ ਜਾਂ ਕਾਲੇ ਦਾ ਰੌਲਾ ਨਹੀਂ ਹੈ ਉੱਥੇ ਜਾ ਕੇ ਵੀ ਜਿਹਦੀ ਚਮੜੀ। ਹੁਣ ਭਗਤ ਸਿੰਘ ਦੀ 19 ਸਿੰਪਥੀ ਜਿਹੜੀ ਸੀਗੀ, ਜਿਹੜੀ ਬ੍ਰਿਟਿਸ਼ ਪ੍ਰੋਲੇਟੇਰੀਅਟ ਕਲਾਸ ਸੀ ਉਹਦੇ ਲਈ ਸੀ।
ਇੰਗਲੈਂਡ ਦਾ ਜਿਹੜਾ ਮਜ਼ਦੂਰ ਮਰ ਰਿਹਾ ਸੀ, ਜਿਹੜਾ 12-12 ਘੰਟੇ ਕੰਮ ਕਰਦਾ ਸੀ ਜਾ ਕੇ, ਉਹਨੂੰ ਖਾਣ ਨੂੰ ਸੀ, ਉਹਨਾਂ ਵੀ ਸਿੰਪਥੀ ਹੈ, ਉਹਨਾਂ ਦੇ ਖਿਲਾਫ ਤਾਂ ਨਹੀਂ ਸੀ ਉਹਨਾਂ ਦੀ ਲੜਾਈ ਸੀਗੀ। ਉਹਨਾਂ ਦੀ ਲੜਾਈ ਜਿਹੜੀ ਸੀਗੀ ਉਹ ਤਾਂ ਉਸ ਕਲਾਸ ਦੇ ਖਿਲਾਫ ਸੀ ਜਿਹੜੀ ਜਮਾਤ ਦਬਾਉਂਦੀ ਸੀ, ਇੰਗਲੈਂਡ ਦੇ ਲੋਕਾਂ ਨੂੰ ਵੀ ਦਬਾਉਂਦੀ ਸੀ, ਇੰਡੀਆ ਦੇ ਲੋਕਾਂ ਨੂੰ ਵੀ ਦਬਾਉਂਦੀ ਸੀ ਜਾ ਕੇ। ਪਰ ਉਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਜਾਂ ਹੋਰ ਕਈ ਲੋਕ ਸੀ, ਇੱਕ ਕਾਂਗਰਸ ਪਾਰਟੀ ਉਦੋਂ ਹੋਂਦ 'ਚ ਆ ਚੁੱਕੀ ਸੀ, ਇਹਨਾਂ ਨਾਲ ਲਗਾਤਾਰ ਉਹ ਮਿਲਦੇ ਜੁਲਦੇ ਰਹੇ, ਲੇਕਿਨ ਵਿਚਾਰਾਂ ਦਾ ਸ਼ਾਇਦ ਵਿਰੋਧ ਇੰਨਾ ਵੱਧ ਗਿਆ ਸੀ ਕਿ ਅਖੀਰ ਨੂੰ ਉਹ ਉਹਨਾਂ ਤੋਂ ਵੱਖਰੇ ਤੌਰ ਤੇ ਆਪਰੇਟ ਕਰਨ ਲੱਗ ਪਏ। ਦੇਖੋ ਇਹ ਬੜੇ ਸਵਾਲ ਇਹਦੇ 'ਤੇ ਬਹੁਤ ਕੁਝ ਲਿਖਿਆ ਗਿਆ ਜਾ ਕੇ ਜੀ, ਵੀ ਗਾਂਧੀ ਦਾ ਇਹਦੇ 'ਚ ਤਾਂ ਆਪਾਂ ਕੀ ਜਾਈਏ ਵੀ ਉਹ ਗਾਂਧੀ ਨੇ ਉੱਦਾਂ ਤੁਸੀਂ ਦੇਖੋ ਜਿਸ ਵੇਲੇ ਵਰਤ ਦੇ ਵਿੱਚ ਸੀ, ਤੁਸੀਂ ਹੈਰਾਨ ਹੋਵੋਗੇ ਜਿੱਥੇ ਪੰਡਤ ਨਹਿਰੂ ਇਹਨਾਂ ਨੂੰ ਮਿਲ ਕੇ ਜਾ ਕੇ ਉਹਨੇ ਇਹਨਾਂ ਨੂੰ ਸਪੋਰਟ ਕੀਤਾ, ਉੱਥੇ ਜਿਨਾਹ ਨੇ ਵੀ ਕੀਤਾ, ਜਿਹਦਾ ਕਿ ਦੱਸਦੇ ਹੀ ਨਹੀਂ ਇੰਡੀਆ ਦੇ ਵਿੱਚ। ਮੁਹੰਮਦ ਅਲੀ ਜਿਨਾਹ ਨੇ ਵੀ ਇਹ ਲਿਖਿਆ ਵੀ ਇਹ ਜਿਹੜਾ ਯੰਗ ਮੈਨ ਮਰ ਰਿਹਾ ਹੈ ਇਸ ਵੇਲੇ ਭੁੱਖ ਹੜਤਾਲ ਜਾਂ ਜੇਲ੍ਹ 'ਚੋਂ ਨਹੀਂ ਕੀਤੀ ਹੈ, ਉਹਦੇ ਹੱਕ 'ਚ ਲਿਖ ਕੇ ਆਏ, ਉਹ ਜਿਨਾਹ ਨੇ ਵੀ ਲਿਖਿਆ। ਹੁਣ ਵੀ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਵੀ ਯਤਨ ਹੋ ਰਹੇ ਆ ਜਾ ਕੇ ਜਿਹੜੇ ਆ ਵੀ ਉਹ ਉਸ ਚੌਂਕ ਦਾ ਨਾਂ ਦੂਆ ਮੁੜ ਕੇ ਇੱਕ ਵਾਰ ਰੱਖ ਦਿੱਤਾ ਸੀ ਭਗਤ ਸਿੰਘ ਚੌਕ, ਫੇਰ ਦੁਬਾਰਾ ਫੇਰ ਉਹ ਭਗਤ ਸਿੰਘ ਹੁਣੀ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਆਲਮੀ ਇਨਕਲਾਬ ਨੂੰ ਦੇਖ ਰਹੇ ਸੀ। ਉਹ ਸਾਰੀ ਦੁਨੀਆ ਦੇ ਜਿਹੜੇ ਲੋਕਾਂ ਦੇ ਨਾਲ ਜ਼ੁਲਮ ਜ਼ਬਰ ਹੋ ਰਿਹਾ ਉਹਨਾਂ ਦੀ ਲੜਾਈ ਦੇਖ ਰਹੇ ਸੀ ਹਿੰਦੁਸਤਾਨ ਦੇ ਵਿੱਚ। ਉਹ ਸਮਝਦੇ ਸੀ ਉਹਨਾਂ ਦੀ ਲੜਾਈ ਲੜ ਰਹੇ ਹਾਂ। ਲੌਂਗ ਲਿਵ ਪ੍ਰੋਲੇਟੇਰੀਏਟ, ਡਾਊਨ ਵਿਦ ਇੰਪੀਰੀਅਲਿਜ਼ਮ, ਠੀਕ ਹੈ ਨਾ, ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ, ਉਹ ਦੇਖ ਰਹੇ ਸੀ ਉਹਦੇ ਵਿੱਚ। ਉਹ ਭਾਰਤ ਮਾਤਾ ਕੀ ਜੇ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਾ ਉਹਦਾ ਇੱਕ ਹਿੱਸਾ ਸੀਗਾ। ਤਾਂ ਹੀ ਮੈਂ ਕਹਿੰਦਾ ਥੋੜ੍ਹਾ ਸਮਝਣ ਦੀ ਗੱਲ ਹੈ, ਇਹਨੂੰ ਗਲਤ ਪਾਸੇ ਨਾ ਸਮਝ ਲਿਓ। ਜਿੱਦਾਂ ਹੈਗਾ ਹਿੰਦੁਸਤਾਨ ਦੀ ਆਜ਼ਾਦੀ ਉਹ ਇਸ ਲਈ ਚਾਹੁੰਦੇ ਸੀ ਤਾਂ ਕਿ ਬਾਕੀ ਸਾਰੀ ਦੁਨੀਆ ਦੇ ਵਿੱਚ ਆਜ਼ਾਦੀ ਆਵੇ ਇੱਦਾਂ ਦੀ, ਔਰ ਸਾਰੀ ਦੁਨੀਆ 'ਚ ਆਜ਼ਾਦੀ ਤਾਂ ਆਊਗੀ ਜਿਸ ਵੇਲੇ ਅੰਗਰੇਜ਼ ਸਾਮਰਾਜ ਨੂੰ ਮਾਰਿਆ ਜਾਊਗਾ, ਕਿਉਂਕਿ ਇਹ ਬੜਾ ਸਾਮਰਾਜ ਉਸ ਵੇਲੇ ਸੀਗਾ ਜਾ ਕੇ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਵਸ ਦੇ ਉੱਤੇ ਅੱਜ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਨੇ। ਉਹ ਦਿਨ ਸਾਹਿਬ ਆਖਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ, ਜਦੋਂ ਲਾਸਟ ਦੇ ਵਿੱਚ ਸਮਝੋ ਹੋ ਗਿਆ ਸਭ ਕੁਝ ਹੋ ਗਿਆ ਵੀ ਹੁਣ ਫਾਂਸੀ ਹੋਣੀ ਹੈ, ਅਤੇ ਉਹਨਾਂ ਨੂੰ ਫਿਰ ਅਪੀਲ ਲੈ ਕੇ ਆ ਗਿਆ ਵੀ ਅਪੀਲ ਕਰ ਵੀ ਇੱਕ ਪ੍ਰੀਵੀ ਕਾਉਂਸਲ ਨੂੰ ਜਿਹੜੀ ਇੰਗਲੈਂਡ ਦੀ ਸਭ ਤੋਂ ਵੱਡੀ ਹੈ, ਜਿੱਦਾਂ ਆਪਣੇ ਹੁਣ ਸੁਪਰੀਮ ਕੋਰਟ ਆ, ਉਹਦੇ 'ਚ ਰਹਿਮ ਦੀ ਅਪੀਲ ਕੀਤੀ ਜਾਵੇ, ਜਿਹੜਾ ਕਿ ਉਹਨੇ ਆਊਟਰਾਈਟਲੀ ਰਿਜੈਕਟ ਕਰ ਦਿੱਤੀ ਵੀ ਨੋ ਉਹ ਨਹੀਂ ਮੈਂ ਕਰਨੀ ਹੈ ਜਾ ਕੇ। ਔਰ ਦੂਜੇ ਸੀ ਕੁਛ ਧਾਰਮਿਕ ਬੰਦਿਆਂ ਨੇ ਇਹ ਕਿਹਾ ਵੀ ਹੁਣ ਮਰਨ ਵੇਲੇ ਜਿਹੜਾ ਹੈਗਾ ਰੱਬ ਨੂੰ ਜਿਹੜਾ ਹੈਗਾ ਯਾਦ ਕਰ ਲਿਆ ਜਾਏਗਾ। ਉਹ ਇੱਕ ਲੈਟਰ 'ਚ ਵੀ ਲਿਖਦੇ ਆ, ਉਹ ਕਹਿੰਦੇ ਉੱਦਾਂ ਜਿਹੜਾ ਰਿਲੀਜਨ ਜਾਂ ਰੱਬ ਦਾ ਵਿਸ਼ਵਾਸ ਆ ਇਹ ਮੌਤ ਨੂੰ ਈਜ਼ੀ ਕਰ ਦਿੰਦਾ, ਇਹ ਲਿਖਿਆ ਉਹ ਨਹੀਂ। ਅੱਛਾ, ਹਾਂ, ਉਹ ਕਹਿੰਦੇ ਵੀ ਇਹ ਮੌਤ ਨੂੰ ਈਜ਼ੀ ਕਰ ਦਿੰਦਾ ਆਦਮੀ ਨੂੰ ਜਿਹੜਾ ਹੈਗਾ ਆ, ਪਰ ਹੁਣ ਮੈਂ ਕਰਾਂਗੇ ਤਾਂ ਜਾਂ ਮੈਨੂੰ ਪਤਾ ਹੈ ਨਹੀਂ ਕੋਈ ਇੱਦਾਂ ਦੀ ਗੱਲ ਜਾ ਕੇ ਉਹ ਕਹਿੰਦੇ ਵੀ ਕੋਈ ਅਪੀਲ ਨਹੀਂ ਹੈ। ਜੇ ਤੁਸੀਂ ਮੈਨੂੰ ਕਹੋ ਅਪੀਲ ਕਰੋ ਜਾ ਕੇ ਰੱਬ ਨੂੰ ਜਾਂ ਪ੍ਰੀਵੀ ਕਾਉਂਸਲ ਨੂੰ, ਇਟ ਵਿਲ ਬੀ ਐਨ ਐਕਟ ਆਫ ਡਿਗਰੇਡੇਸ਼ਨ ਔਨ ਮਾਈ ਪਾਰਟ। ਕਹਿੰਦੇ ਮੈਂ ਬਹੁਤ ਗਿਰ ਜਾਊਂਗਾ, ਮੈਂ ਇੰਨਾ ਨਹੀਂ ਗਿਰਿਆ ਕਹਿੰਦੇ ਜਾ ਕੇ ਜਿਹੜਾ ਹੈ। ਸੋ ਕਿਆ ਬਾਤ ਹੈ ਉਸ ਬੰਦੇ ਦੀ, ਮੈਂ ਤਾਂ ਦੇਖਦਾ ਜਿਹੜਾ ਵੀ ਆਖਰੀ ਟਾਈਮ ਮਰਨ ਵੇਲੇ ਤੇ ਔਰ ਨੋਇੰਗ ਵੈਲ ਉਹ ਇੱਕ ਉਹਨਾਂ ਨੇ ਮੇਰਾ ਖਿਆਲ ਸਿੱਖ ਸਕਾਲਰ ਨਾਲ ਗੱਲਬਾਤ ਵੀ ਹੁੰਦੀ, ਉਹ ਕਈਆਂ ਨੇ ਪੜ੍ਹੀ ਹੋਣੀ ਸਾਰੀ, ਉਹ 'ਚ ਵੀ ਉਹ ਕਲੀਅਰ ਹੀ ਕਰਦੇ। ਉਹ ਕਹਿੰਦੇ ਮੈਨੂੰ ਪਤਾ ਹੈ ਜਾ ਕੇ ਵੀ ਜੇ ਧਰਮ ਦੇ ਵਿੱਚ ਇੱਦਾਂ ਆ ਜਾਵੇ ਆਦਮੀ ਤਾਂ ਸੌਖਾ ਰਹਿੰਦਾ, ਉਹਨੂੰ ਵਿਸ਼ਵਾਸ ਹੋ ਜਾਂਦਾ, ਪਰ ਨਹੀਂ ਜਾ ਕੇ ਫਿਰ ਉਹ ਕਹਿੰਦੇ ਵੀ ਤੂੰ ਵੈਨਿਟੀ ਕਰਕੇ ਕਾਪੀ ਮੇਰਾ ਨਾਂ ਜ਼ਿਆਦਾ ਹੋਵੇ ਤਾਂ ਤੂੰ ਇਹ ਕਰਦਾ। ਉਹ ਕਹਿੰਦਾ ਨਾਂ ਤਾਂ ਮੇਰਾ ਦੂਜੀ ਤਰ੍ਹਾਂ ਜ਼ਿਆਦਾ ਹੋਣਾ ਜੇ ਮੈਂ ਮੰਨਣ ਲੱਗ ਪਵਾਂ, ਨਾਂ ਦੀ ਗੱਲ ਨਹੀਂ ਹੈ ਇਹ ਜਾ ਕੇ ਇਹ ਗੱਲ ਸਹੀ ਹੈ ਜਾ ਕੇ। ਸੋ ਮੈਂ ਫਿਰ ਇਹ ਕਰੂੰਗਾ ਵੀ ਬਜਾਏ ਇਸ ਦੇ ਜਿਹੜੇ ਅੱਜ ਕੱਲ੍ਹ ਦੇ ਡਿਫਰੈਂਟ ਪੋਲੀਟੀਕਲ ਪਾਰਟੀਆਂ ਦੇ ਲੀਡਰ ਉਹਨਾਂ ਨੂੰ ਪੇਸ਼ ਕਰਦੇ ਆ, ਉਹਨਾਂ ਨੂੰ ਇਹ ਗੱਲ ਮੰਨਣ ਦੀ ਬਜਾਏ ਜਿਹੜੀਆਂ ਭਗਤ ਸਿੰਘ ਹੁਣਾਂ ਦੀਆਂ ਓਰੀਜਨਲ ਲਿਖਤਾਂ ਆ ਉਹਦਾ ਅਧਿਐਨ ਕੀਤਾ ਜਾਵੇ, ਫਿਰ ਸਾਨੂੰ ਰੀਅਲ ਭਗਤ ਸਿੰਘ ਦਾ ਪਤਾ ਲੱਗੂਗਾ ਵੀ ਉਹ ਕੀ ਸੀਗਾ। ਇਹ ਜੇ ਕਿਸੇ ਦੇ ਉਹ ਹੋਗਾ, ਹੁਣ ਜਿਹੜੀ ਮੈਂ ਗੱਲ ਕਹਿੰਦਾ ਮੈਂ ਇਹ ਹੈ ਇਹ ਉਹਨਾਂ ਦੀਆਂ ਲਿਖਤਾਂ ਦੇ ਆਧਾਰ ਦੇ ਉੱਤੇ ਮੈਂ ਕਹਿੰਦਾ, ਠੀਕ ਹੈ। ਮੈਂ ਜਿਹੜੇ ਲੋਕ ਸਪੀਚਾਂ ਕਰਦੇ ਆ ਜਾਂ ਬਿਆਨ ਦਿੰਦੇ ਆ ਜਾਂ ਅਖਬਾਰਾਂ 'ਚ ਲੇਖ ਛਾਪਦੇ ਉਹਦੇ ਆਧਾਰ 'ਤੇ ਨਹੀਂ ਕਹਿੰਦਾ, ਜਿਹੜੀਆਂ ਉਹਨਾਂ ਦੀਆਂ ਆਪਣੀਆਂ ਓਰੀਜਨਲ ਲਿਖਤਾਂ ਆ ਜਾਂ ਉਹਦੀ ਓਰੀਜਨਲੀ ਜਾਂ ਕੋਰਟ ਪ੍ਰੋਸੀਡਿੰਗਸ ਦੇ ਵਿੱਚ ਜੋ ਕੁਛ ਕਿਹਾ ਜਾ ਕੇ ਉਹਦੇ ਆਧਾਰ ਦੇ ਉੱਤੇ ਆਪਣੀ ਟਾਕ ਸ਼ੋ ਅੱਜ ਦੀ ਸੀਗੀ ਉਹਦੇ ਉੱਤੇ, ਨਾ ਕਿ ਜਾ ਕੇ ਜੇ ਜੀ ਵੀ ਭਗਤ ਸਿੰਘ ਜਿੰਦਾਬਾਦ ਤੇ ਫਲਾਨਾ, ਉਹ ਉੱਦਾਂ ਨਹੀਂ ਹੋਈ ਜਾ ਕੇ ਵੀ ਅਸੀਂ ਐਂ ਕਰਾਂਗੇ, ਅਸੀਂ ਉਹ ਬੁੱਤ ਲਾਵਾਂਗੇ, ਫਲਾਨਾ ਕਰਾਂਗੇ, ਉਹਦੇ ਕਰਕੇ ਨਹੀਂ। ਓਰੀਜਨਲੀ ਜੋ ਨਹੀਂ ਲਿਖਿਆ। ਤਾਂ ਬਾਕੀ ਸੁਣਨ ਵਾਲਿਆਂ ਨੂੰ ਵੀ ਮੇਰੀ ਅਪੀਲ ਹੈ ਵੀ ਜੇ ਤੁਸੀਂ ਰੀਅਲ ਭਗਤ ਸਿੰਘ ਸਮਝਣਾ ਤਾਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਆ ਉਹਨਾਂ ਨੂੰ ਪੜ੍ਹ ਕੇ ਫਿਰ ਵਿਚਾਰ ਜਿਹੜਾ ਉਹਨਾਂ ਬਾਰੇ ਬਣਾਇਆ ਜਾਵੇ, ਨਾ ਕਿ ਕਿਸੇ ਦੇ ਕਹੇ। ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਪ੍ਰੋਲੋਟੈਰੀਅਨ ਜਿਹੜੇ ਤੁਸੀਂ ਕਹਿੰਦੇ ਹੋ ਮਜ਼ਦੂਰਾਂ ਦੀ ਹਮਾਇਤ ਅਤੇ ਜਿਹੜੇ ਰਿਸੋਰਸਫੁਲ ਲੋਕ ਨੇ ਜਿਹੜੇ ਸਾਮਰਾਜੀ ਸੁਸਾਇਟੀ ਦੇ ਬੁਰਜੁਆ ਉਹਨਾਂ ਦੇ ਵਿਰੁੱਧ ਅਤੇ ਸਾਰੀ ਦੁਨੀਆ ਦੇ ਵਿੱਚ
ਤਬਦੀਲੀ ਲਿਆਉਣ ਦੀ ਗੱਲ ਕੀਤੀ। ਤਿੰਨ ਸਾਹਿਬ ਸਾਰੇ ਹੀ ਕਹੀ ਜਾਂਦੇ ਆ। ਤੁਸੀਂ ਹੁਣ ਦੇਖੋ ਕਿਸੇ ਦੀ ਸਪੀਚ ਸੁਣ ਲਓ ਜੀ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਜੀ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣਾ। ਜਾ ਕੇ ਉਹ ਭਗਤ ਸਿੰਘ ਦਾ ਸੁਪਨਾ ਕੀ ਸੀ ਉਹ ਆਪਣੇ ਆਪਣੇ ਹਿਸਾਬ ਨਾਲ ਦੇਈ ਜਾਂਦੇ ਆ ਵੀ ਉਹਦੇ ਤਾਂ ਆਹ ਸੀਗੀ ਜੀ, ਉਹਦੇ ਸੇ ਆਹ ਸੀਗਾ। ਜਾ ਕੇ ਜੇ ਸੁਪਨਾ ਦਾ ਅਸਲ ਸੁਪਨਾ ਤਾਂ ਆਹ ਸੀਗਾ ਜੀ ਵੀ ਸਾਰੀ ਦੁਨੀਆ ਦੇ ਜਿਹੜੇ ਮੁਲਕਾਂ ਲੋਕਾਂ ਤੇ ਜ਼ਿਆਦਤੀ ਹੋ ਰਹੀ ਆ, ਲੁੱਟ ਹੋ ਰਹੇ ਆ, ਉਹਨਾਂ ਦੀ ਲਿਬਰੇਸ਼ਨ ਦੀ ਗੱਲ ਆ ਸਾਰੀ। ਔਰ ਸੈਨ ਸਾਹਿਬ ਕਲੀਅਰ ਕੀਤਾ ਹੈ ਗੱਲ ਵੀ ਸੋਸ਼ਲਿਸਟ ਰੈਵੋਲੂਸ਼ਨ, ਹੁਣ ਸੋਸ਼ਲ ਰੈਵੋਲੂਸ਼ਨ ਫੇਲ ਹੋ ਗਿਆ, ਠੀਕ ਹੈ, ਨਹੀਂ ਚੱਲਿਆ। ਜਾ ਕੇ ਦੁਨੀਆ ਨੇ ਐਕਸੈਪਟ ਨਹੀਂ ਕੀਤਾ। ਪਰ ਹੁਣ ਇੱਥੇ ਮੈਂ ਜਾਂ ਤੁਸੀਂ ਇਸ ਗੱਲ ਕਰਕੇ ਨਹੀਂ ਬੈਠੇ ਆ ਇਹ ਦੇਖਣ ਲਈ ਵੀ ਸੋਸ਼ਲਿਸਟ ਰੈਵੋਲੂਸ਼ਨ ਚੰਗਾ ਜਾਂ ਮਾੜਾ। ਇੱਥੇ ਇਹ ਆ ਵੀ ਉਹਨਾਂ ਦੇ ਵਿੱਚ ਉਹ ਕੀ ਚਾਹੁੰਦੇ ਸੀ। ਹੀ ਵਾਂਟਡ ਸੋਸ਼ਲਿਸਟ ਰੈਵੋਲੂਸ਼ਨ। ਸੋਸ਼ਲਿਸਟ ਰੈਵੋਲੂਸ਼ਨ ਚੰਗਾ ਜਾਂ ਮਾੜਾ ਜਾਂ ਫੇਲ ਹੋਇਆ ਜਾਂ ਕਾਮਯਾਬ ਹੋਇਆ ਦੂਜੀ ਚੀਜ਼ ਹੈ। ਪਰ ਇਹ ਭਗਤ ਸਿੰਘ ਦੇ ਵੀ ਇਹ ਸੀਗੇ ਕਿ ਸਾਰੀ ਦੁਨੀਆ ਦੇ ਵਿੱਚ ਆਲਮੀ ਇਨਕਲਾਬ ਆਵੇ ਔਰ ਲੋਕਾਂ ਦੀ ਲੁੱਟ ਖਸੁੱਟ ਜਿਹੜੀ ਹੈ ਬੰਦ ਹੋਵੇ। ਸਾਮਰਾਜ ਦੇ ਹੱਥੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਸਾਮਰਾਜ ਨੂੰ ਅਸੀਂ ਲੜਾਈ ਦੇਵਾਂਗੇ। ਡਟ ਕੇ ਦਿੱਤੀ ਲੜਾਈ ਔਰ ਉਹਦੇ ਲਈ ਕੋਈ ਕੁਰਬਾਨੀ ਦਿੱਤੀ। ਕਿਉਂਕਿ ਜੇ ਤੁਸੀਂ ਉਸ ਸਮੇਂ ਦੇ ਵਿੱਚ ਰੱਖ ਕੇ ਦੇਖਦੇ ਹੋ, ਜਿਹੜਾ ਤੁਸੀਂ ਕਿਹਾ ਕਿ ਸਿਧਾਂਤ ਇਹ ਆ, ਹਾਂ, ਤਾਂ ਉਸ ਸਮੇਂ ਦੇ ਵਿੱਚ ਸੋਸ਼ਲਿਜ਼ਮ ਦੀ ਬੱਲੇ ਬੱਲੇ ਸੀ। ਉਹ ਸਮੇਂ ਦੇ ਵਿੱਚ ਪਰ ਉਸ ਤੋਂ ਬਾਅਦ ਸੋਸ਼ਲਿਜ਼ਮ ਮੁਕੰਮਲ ਤੌਰ ਦੇ ਉੱਤੇ ਫੇਲ ਹੋ ਗਿਆ। ਸਿੰਘ ਸਾਹਿਬ ਬਾਹਰ ਜਾ ਕੇ ਫੇਲ ਜਿਹੜਾ ਆਪਾਂ ਕਹਿ ਸਕਦੇ ਹਾਂ ਹੁਣ ਤਾਂ ਜਾ ਕੇ 100 ਸਾਲ ਤੋਂ ਉੱਪਰ ਹੋ ਗਈ ਹੈ ਗੱਲ। ਜਾ ਕੇ ਜਿਹੜੀ ਹੋ ਗਈ ਹੈ ਉਹ ਦੇਖੋ 1917 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਆਇਆ। 1900 ਉਹ ਫੇਰ ਸ਼ੁਰੂ ਹੋ ਗਿਆ ਉੱਥੇ ਕਮਿਊਨਿਸਟ ਇੰਟਰਨੈਸ਼ਨਲ ਬਣ ਗਈ। ਉਹ ਤੋਂ ਬਾਅਦ ਜਾ ਕੇ ਸੈਕੰਡ ਵਰਲਡ ਵਾਰ ਵੇਲੇ ਇਕੱਠੇ 15-20 ਮੁਲਕ ਹੋ ਗਏ। ਜਾ ਕੇ ਉਹ 'ਚ ਚਾਈਨਾ ਦਾ ਰੈਵੋਲੂਸ਼ਨ ਆ। ਇੱਕ ਸਮਾਂ ਇੱਦਾਂ ਆ ਗਿਆ ਸੀਗਾ ਵੀ ਦੁਨੀਆ ਦੇ ਵਿੱਚ ਇੱਦਾਂ ਲੱਗਦਾ ਹੁੰਦਾ ਸੀ ਜਾ ਕੇ ਵੀ ਇਹ ਤਾਂ ਦੁਨੀਆ ਲਾਲ ਹੀ ਲਾਲ ਨਕਸ਼ੇ 'ਤੇ ਹੋਇਆ ਹੈ ਕੰਮ, ਠੀਕ ਹੈ ਨਾ। ਜਾ ਕੇ ਪਰ ਫਿਰ ਹੁਣ ਸਮੇਂ ਨੇ ਜਿਹੜਾ ਹੈਗਾ ਆ ਉਹ ਨਹੀਂ ਸਾਬਤ ਕੀਤਾ, ਕਈ ਹੋਰ ਫੈਕਟਰ ਆ ਗਏ। ਬੇਸ਼ੱਕ ਸਮੇਂ ਨੇ ਸਾਬਤ ਨਹੀਂ ਕੀਤਾ, ਪਰ ਇਹ ਗੱਲ ਨੂੰ ਤਾਂ ਝੁਠਲਾ ਨਹੀਂ ਨਾ ਸਕਦੇ ਕਿਉਂਕਿ ਜੇ ਮਜ਼ਦੂਰ ਦੀ ਲੁੱਟ ਖਸੁੱਟ ਹੁੰਦੀ ਹੈ ਕਿਤੇ ਤਾਂ ਉਹ ਤਕਲੀਫ ਦੇ ਹੈ। ਉਹ ਤਕਲੀਫ ਦੇ ਔਰ ਜਿਹੜਾ ਲੁੱਟ ਖਸੁੱਟ ਕਰਦਾ ਉਹ ਪਾਪੀ ਤੇ ਜ਼ੁਲਮ ਹੀ ਆ। ਇਹ ਤਾਂ ਦੋ ਫੈਕਟਰ ਰਹਿਣਗੇ। ਇਹ ਤਾਂ ਰਹਿਣਗੇ ਜਾਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਆ, ਜਿਹੜੀ ਉਹਨਾਂ ਦੀ ਇੱਛਾ ਆ, ਜਿਹੜੀ ਉਹਨਾਂ ਦੀ ਖੁਆਇਸ਼ਾਂ ਸੀਗੀਆਂ ਔਰ ਜਿਹਦੇ ਲਈ ਉਹ ਲੜੇ, ਉਹ ਮਸਲਾ ਤਾਂ ਅਜੇ ਵੀ ਉੱਦਾਂ ਹੀ ਖੜਾ ਜੀ। ਉਹ ਤਾਂ ਅਜੇ ਵੀ ਉੱਦਾਂ ਹੀ ਖੜਾ। ਹੁਣ ਉਹ ਕਿੱਦਾਂ ਖਤਮ ਹੋਊਗਾ ਉਹ ਹੁਣ ਪ੍ਰੈਜ਼ੈਂਟ ਜਿਹੜੇ ਆ ਉਹ ਆਪਣੇ ਦੇਖਣ। ਪਰ ਜਿਸ ਚੀਜ਼ ਲਈ ਉਹ ਲੜੇ ਸੀਗੇ ਉਹ ਅਜੇ ਉੱਦਾਂ ਹੀ ਖੜਾ ਹੈ ਜਾ ਕੇ। ਪਰ ਉੱਤੇ ਲੜਾਈ ਲੜੀ ਹੈ ਜਿੱਦਾਂ ਹੈਗਾ ਯੂੰ ਹੀ ਹਮੇਸ਼ਾ ਉਲਝਦੀ ਰਹੀ ਹੈ ਜ਼ੁਲਮ ਸੇ ਖਲਕ। ਇਹ ਤਾਂ ਲੜਾਈ ਤਾਂ ਇੱਦਾਂ ਚੱਲਦੀ ਰਹਿਣੀ ਹੈ। ਪਰ ਉਹ ਡਾਊਨ ਟ੍ਰੋਡਨ ਦੇ ਲੜਿਆ, ਜਿਹੜੀ ਹੇਠਲੀ ਕੁਚਲੀ ਹੋਈ ਜਮਾਤ ਸੀ ਉਹਨਾਂ ਲਈ ਉਹਨੇ ਲੜਾਈ ਕੀਤੀ ਹੈ। ਫਿਰ ਸਭ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਥੈਂਕ ਯੂ। ਉਮੀਦ ਕਰਦਾ ਹਾਂ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਵਾਸਤੇ ਲਾਹੇਵੰਦ ਸਿੱਧ ਹੋਵੇਗੀ। ਪ੍ਰੋਗਰਾਮ ਦੇ ਆਖਰ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਪਰ ਉਸ ਤੋਂ ਪਹਿਲਾਂ ਦੱਸਦੇ ਹਾਂ ਕਿ ਅਗਲੇ ਹਫ਼ਤੇ ਤੋਂ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਖਬਰਾਂ ਵੀ ਸ਼ਾਮਲ ਕਰਨ ਦੀ ਸਾਡੀ ਕੋਸ਼ਿਸ਼ ਹੈ। ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਜਾਂਦੇ ਸੈਗਮੈਂਟਸ ਬਾਰੇ ਤੁਸੀਂ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ। ਪ੍ਰੋਗਰਾਮ ਪਸੰਦ ਆਵੇ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਬਾਲੀਵੁੱਡ ਦੀ ਇੱਕ ਫਿਲਮ ਬਣੀ, ਹਿੱਟ ਰਹੀ, ਚੰਡੀਗੜ੍ਹ ਕਰੇ ਆਸ਼ਕੀ, ਜੋ ਇੱਕ ਪੁਰਾਣੇ ਪੰਜਾਬੀ ਗੀਤ ਦੇ ਟਾਈਟਲ ਤੇ ਬਣੀ ਹੈ। ਆਓ ਉਹੀ ਗੀਤ ਸੁਣਦੇ ਹਾਂ ਜੋ 20 ਸਾਲ ਪਹਿਲਾਂ B21 ਦੇ ਜੱਸੀ ਸਿੱਧੂ ਅਤੇ ਬੱਲੀ ਜਗਪਾਲ ਨੇ ਵੈਨਕੂਵਰ ਦੇ BC ਐਂਟਰਪ੍ਰਾਈਜ਼ਸ ਹਾਲ ਦੇ ਵਿੱਚ ਪੇਸ਼ ਕੀਤਾ ਸੀ। ਇਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।